ਸਵਾਗਤ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਡੀਡੀ ਪੰਜਾਬੀ ਦੇ तमाम ਦਰਸ਼ਕਾਂ ਦਾ ਨਿੱਘਾ ਸਵਾਗਤ ਉਹਨਾਂ ਦੇ ਆਪਣੇ ਪਸੰਦੀਦਾ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ। ਔਰ ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ। ਆਮ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਬੱਚੇ ਸਾਡੇ ਘਰਾਂ ਦਾ ਸ਼ਿੰਗਾਰ ਹੁੰਦੇ ਨੇ, ਉਹਨਾਂ ਦੀਆਂ ਕਿਲਕਾਰੀਆਂ ਦੇ ਨਾਲ ਘਰ ਜਿਹੜਾ ਉਹ ਨੱਚ ਉੱਠਦਾ, ਝੂਮ ਉੱਠਦਾ। ਤੇ ਇਸ ਮਸਤੀ ਨੂੰ ਮਾਣਨ ਦੇ ਵਾਸਤੇ ਜਿਹੜੇ ਬਜ਼ੁਰਗ ਹੁੰਦੇ ਨੇ ਸਾਡੇ ਘਰਾਂ ਦਾ ਸਰਮਾਇਆ ਹੁੰਦੇ ਨੇ, ਖਜ਼ਾਨਾ ਹੁੰਦੇ ਨੇ, ਇਤਿਹਾਸ ਹੁੰਦੇ ਨੇ। ਔਰ ਉਹਨਾਂ ਇਤਿਹਾਸ ਵੱਲ ਦੇਖ ਕੇ ਅਸੀਂ ਆਪਣੇ ਭਵਿੱਖ ਦੀ ਸਿਰਜਣਾ ਕਰਨੀ ਹੁੰਦੀ ਹੈ। ਹਰ ਇੱਕ ਬੰਦਾ ਇਸ ਜ਼ਿੰਦਗੀ ਦੇ ਵਿੱਚ ਜਿਹੜਾ ਆਇਆ, ਪਹਿਲਾਂ ਬੱਚਾ ਹੁੰਦਾ, ਫਿਰ ਜਵਾਨ ਹੁੰਦਾ, ਫਿਰ ਬਜ਼ੁਰਗ ਹੁੰਦਾ। ਉਹਦੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੀਆਂ ਹੋਲੀਆਂ ਦੀਵਾਲੀਆਂ ਆਉਂਦੀਆਂ ਨੇ, ਤਾਂ ਫਿਰ ਉਹ ਮਾਣ ਕੇ ਬਹੁਤ ਸਾਰੇ ਤਜਰਬੇ ਲੈ ਕੇ ਅੱਗੇ ਵੱਧਦਾ, ਘਣ ਛਾਵਾਂ ਬੂਟਾ ਬਣਦਾ। ਕਈ ਵਾਰ ਉਸ ਬੂਟੇ ਤੋਂ ਤੰਗ ਵੀ ਆ ਜਾਂਦੇ ਨੇ ਔਰ ਉਹਨੂੰ ਛਾਂਗਣਾ ਸ਼ੁਰੂ ਕਰ ਦਿੰਦੇ ਨੇ। ਐਸਾ ਛਾਂਗਦੇ ਨੇ ਕਈ ਵਾਰ ਤੇ ਵੱਡੀਆਂ ਵੱਡੀਆਂ ਕੋਠੀਆਂ ਬਣਾਉਣ ਦੇ ਲਈ ਘਰਾਂ ਦੇ ਵਿਚਲੇ ਬੂਟੇ ਜਿਹੜੇ ਆ ਉਹ ਪੱਟ ਦਿੱਤੇ ਜਾਂਦੇ ਨੇ। ਛਾਵੇਂ ਸੱਖਣੇ ਵਿਹੜੇ ਜਿਹੜੇ ਆ ਉਹ ਫਿਰ ਕਈ ਵਾਰ ਖਾਣ ਨੂੰ ਵੀ ਆਉਂਦੇ ਨੇ। ਅੱਜ ਗੱਲਾਂ ਤੇ ਗੀਤ ਵਿੱਚ ਗੱਲ ਕਰਾਂਗੇ ਉਹਨਾਂ ਹੀ ਘਣ ਛਾਵੇਂ ਰੁੱਖਾਂ ਦੀ, ਜਿਨ੍ਹਾਂ ਦੀ ਛਾਂ ਹੇਠਾਂ ਬੈਠ ਕੇ ਅਸੀਂ ਜ਼ਿੰਦਗੀ ਦੇ ਤਜਰਬੇ ਲੈਣੇ ਸੀ। ਪਰ ਅਫਸੋਸ ਅੱਜ ਉਹਨਾਂ ਬਜ਼ੁਰਗਾਂ ਤੋਂ ਸਾਨੂੰ ਪਤਾ ਨਹੀਂ ਕੀ ਤਕਲੀਫ ਹੋਣ ਲੱਗ ਪਈ ਹੈ, ਜਿਨ੍ਹਾਂ ਨੇ ਤਕਲੀਫਾਂ ਦੇ ਵਿੱਚ ਰਹਿ ਕੇ ਸਾਨੂੰ ਪਾਲਿਆ। ਉਹ ਬਜ਼ੁਰਗ ਅੱਜ ਬਿਰਧ ਆਸ਼ਰਮਾਂ ਦੇ ਵੱਲ ਜਾਣ ਲੱਗ ਪਏ ਨੇ, ਬੁਰੇ ਹਾਲਾਤ ਦੇ ਵਿੱਚ ਰਹਿਣ ਲੱਗ ਪਏ ਨੇ। ਅਜੋਕੇ ਸਮੇਂ ਦੇ ਵਿੱਚ ਬਜ਼ੁਰਗਾਂ ਦੀ ਕੀ ਸਥਿਤੀ ਹੈ, ਉਸ ਦੇ ਬਾਬਤ ਅੱਜ ਗੱਲਬਾਤ ਕਰਾਂਗੇ ਗੱਲਾਂ ਤੇ ਗੀਤ ਵਿੱਚ। ਔਰ ਸਾਡੇ ਨਾਲ ਸਾਡੀਆਂ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਹੁੰਗਾਰੇ ਭਰਨ ਦੇ ਵਾਸਤੇ, ਬਹੁਤ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਵਾਸਤੇ ਉੱਘੇ ਸਮਾਜ ਸੇਵੀ ਮੋਹਨ ਸ਼ਰਮਾ ਜੀ ਸਾਡੇ ਨਾਲ ਨੇ। ਮੋਹਨ ਸ਼ਰਮਾ ਜੀ ਜਿਨ੍ਹਾਂ ਨੂੰ 2 ਵਾਰ ਸਟੇਟ ਐਵਾਰਡ ਮਿਲ ਚੁੱਕਿਆ, 20 ਕਿਤਾਬਾਂ ਜਿਹੜੀਆਂ ਉਹ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਨੇ ਔਰ ਕਾਲਮ ਨਵੀਸ ਨੇ। ਬਹੁਤ ਸਾਰੀਆਂ ਅਖਬਾਰਾਂ ਦੇ ਵਿੱਚ ਇਹਨਾਂ ਦੇ ਲੇਖ ਛਪਦੇ ਰਹਿੰਦੇ ਨੇ, ਗਾਹੇ ਬਗਾਹੇ ਤੁਸੀਂ ਪੜ੍ਹਦੇ ਰਹਿੰਦੇ ਹੋ ਔਰ ਬਿਰਧ ਆਸ਼ਰਮ ਦੇ ਵਿੱਚ ਵੀ ਸੇਵਾ ਕਰ ਰਹੇ ਨੇ। ਬਹੁਤ ਬਹੁਤ ਤੁਹਾਡਾ ਸਵਾਗਤ ਮੋਹਨ ਸ਼ਰਮਾ ਜੀ। ਜੋਗੀ ਜੀ, ਗੱਲ ਇਹ ਹੈ ਕਿ ਅਸੀਂ ਬਜ਼ੁਰਗਾਂ ਦੀ ਗੱਲ ਕਰਦੇ ਹਾਂ, ਬਜ਼ੁਰਗ ਜਿਨ੍ਹਾਂ ਦੀ ਉਂਗਲ ਫੜ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ, ਪਰ ਅਫਸੋਸ ਕਿ ਅਸੀਂ ਉਹਨਾਂ ਦੀ ਬਾਂਹ ਛੱਡ ਦਿੰਦੇ ਹਾਂ। ਅੱਜ ਪਹਿਲਾਂ ਤਾਂ ਸਵਾਲ ਇਹੀ ਕਰਾਂਗਾ ਕਿ ਅਜੋਕੇ ਸਮੇਂ ਦੇ ਵਿੱਚ ਪਰਿਵਾਰ ਆਪਣੇ ਬਜ਼ੁਰਗਾਂ ਦੇ ਨਾਲ, ਤੇ ਜਾਂ ਫਿਰ ਆਪਾਂ ਇੱਦਾਂ ਕਹਿ ਦਈਏ ਕਿ ਬਜ਼ੁਰਗ ਆਪਣੇ ਪਰਿਵਾਰਾਂ ਦੇ ਵਿੱਚ ਕਿੰਨੇ ਕੁ ਖੁਸ਼ ਆ? ਜੋਗੀ ਜੀ, ਤੁਹਾਡਾ ਜਿਹੜਾ ਗੰਭੀਰ ਪ੍ਰਸ਼ਨ ਹੈ ਨਾ, ਇਹ ਪ੍ਰਸ਼ਨ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਅਤੀਤ ਦਾ ਇੱਕ ਪੰਨਾ ਫੋਲਾਂਗਾ ਜੀ। ਜੇ ਅੱਧੀ ਸਦੀ ਵੱਲ ਅਸੀਂ ਪਿਛੋਕੜ ਝਾਤ ਮਾਰਦੇ ਹਾਂ ਨਾ, ਤਾਂ ਸਥਿਤੀ ਇਸ ਤਰੀਕੇ ਦੀ ਸੀ ਪਰਿਵਾਰਾਂ ਦੀ ਕਿ ਪਾਲੋ ਪਾਲ ਸੁਭਾਅ 'ਚ ਮੰਜੇ ਡਾਹ ਲੈਂਦਾ ਸੀ ਸਾਰਾ ਟੱਬਰ। ਪਾਲੋ ਪਾਲ ਸੁਭਾਅ 'ਚ ਮੰਜੇ ਡਾਹ ਲੈਂਦਾ ਸੀ ਸਾਰਾ ਟੱਬਰ। ਭਰੇ ਭੜੋਲੇ ਸਨ ਮੋਹ ਤੇ ਉਹਦੇ ਦਿਲ ਤੋਂ ਦਿਲ ਤੱਕ ਦਰ ਹੁੰਦੇ ਸਨ। ਬਹੁਤ ਅੱਛਾ। ਇੱਕ ਪੋਜੀਸ਼ਨ ਸੀ ਜਿਹੜੀ ਇਹ ਜਿਹੜਾ ਤੁਹਾਡੇ ਪ੍ਰਸ਼ਨ ਨਾਲ ਜੁੜ ਰਿਹਾ ਹੈ। ਪਰ ਹੁਣ ਸਮੇਂ ਨੇ ਕਰਵਟ ਬਦਲੀ ਹੈ ਜੀ, ਤੇ ਗਰਦ ਆ ਗਈ ਹੈ। ਮੇਰੇ ਜਦੋਂ ਇਹ ਗੱਲ ਅਸੀਂ ਕਰਦੇ ਹਾਂ, ਉਸ ਵੇਲੇ ਸਥਿਤੀ ਇਹ ਸੀਗੀ ਵੀ ਜਦੋਂ ਸ਼ਾਮ ਦੇ ਵੇਲੇ ਸਾਰਾ ਟੱਬਰ ਇਕੱਠਾ ਹੁੰਦਾ ਸੀ ਤਾਂ ਜਿਹੜਾ ਘਰ ਦਾ ਮੁਖੀ ਸੀ ਉਹ ਬਾਪੂ ਦੇ ਖੁੰਡੇ ਦੇ ਤੌਰ ਤੇ ਮਸ਼ਹੂਰ ਸੀਗਾ। ਬਾਪੂ ਦੇ ਖੁੰਡੇ ਦਾ ਰੋਬ ਸੀ। ਜਦੋਂ ਇਕੱਠੇ ਹੁੰਦੇ ਸੀ ਪਰਿਵਾਰ ਤਾਂ ਜ਼ਿੰਮੇਵਾਰੀਆਂ ਲਾ ਦਿੰਦੇ ਸੀ ਪੁੱਤਾਂ ਦੀਆਂ ਵੀ ਤੈਂ ਸ਼ਹਿਰ ਜਾਣਾ, ਤੈਂ ਖੇਤ ਜਾਣਾ, ਤੈਂ ਡੀਜ਼ਲ ਲੈ ਕੇ ਆਉਣਾ, ਤੈਂ ਰਿਸ਼ਤੇਦਾਰੀ 'ਚ ਫਲਾਣੇ ਜਗ੍ਹਾ ਤੇ ਜਾਣਾ। ਤੇ ਸਾਰੇ ਦਾ ਸਾਰਾ ਦਿਨ ਦਾ ਲੇਖਾ ਜੋਖਾ ਵੀ ਹੋ ਜਾਂਦਾ ਸੀ। ਤੇ ਉਹਦੀਆਂ ਜਿਹੜੀਆਂ ਪਾਵਰਾਂ ਸੀ ਨਾ ਬਜ਼ੁਰਗ ਦੀਆਂ, ਉਹ ਅਮਰੀਕਾ ਦੇ ਰਾਸ਼ਟਰਪਤੀ ਵਰਗੀਆਂ ਸੀ। ਉਹ ਆਦੇਸ਼ ਨਹੀਂ ਸੀ ਇੱਧਰ ਉੱਧਰ ਹੋ ਸਕਦਾ। ਸ਼ਾਮ ਨੂੰ ਜਿਹੜੀ ਕਮਾਈ ਹੈ ਉਹ ਵੀ ਬਜ਼ੁਰਗਾਂ ਦੀ ਤਲੀ ਦੇ ਉੱਤੇ ਰੱਖਦੇ ਸੀ। ਉਹ ਸਮਾਨ ਜਿਹੜਾ ਖਰਚ ਵਗੈਰਾ ਕਰਨਾ ਹੈ ਉਹਦਾ ਲੇਖਾ ਜੋਖਾ ਉਹ ਹੁੰਦਾ ਸੀ। ਉੱਤੇ ਹੈਗਾ ਅਤੀਤ ਜੀ। ਤੇ ਜਦੋਂ ਹੁਣ ਜਿਵੇਂ ਤੁਸੀਂ ਗੰਭੀਰ ਪ੍ਰਸ਼ਨ ਮੈਨੂੰ ਕਰਤਾ, ਹੁਣ ਸਮੇਂ ਨੇ ਕਰਵਟ ਜਿਸ ਤਰੀਕੇ ਨਾਲ ਬਦਲੀ ਹੈ, ਹੁਣ ਸਥਿਤੀ ਇਸ ਤਰੀਕੇ ਦੀ ਹੈ ਕਿ 2 ਪੁੱਤਾਂ ਦੀਆਂ ਕੋਠੀਆਂ, 2 ਪੁੱਤਾਂ ਦੀਆਂ ਕੋਠੀਆਂ, ਪਰ ਅੰਦਰ ਇੱਕ ਹੂਕ। ਮਾਂ ਪੁੱਤਾਂ ਨੂੰ ਪੁੱਛਦੀ ਕਿੱਥੇ ਤੇਰਾ ਸੰਦੂਕ। ਵਾਹ। ਕੋਠੀਆਂ ਉਸਰ ਰਹੀਆਂ ਨੇ, ਉਹਦੇ ਕੋਠੀਆਂ ਦੇ ਵਿੱਚ ਅਲੱਗ-ਅਲੱਗ ਕਮਰੇ ਵੀ ਬਣ ਰਹੇ ਨੇ। ਇਹ ਸਾਡੇ ਬੱਚਿਆਂ ਦਾ ਕਮਰਾ ਹੈ, ਇਹ ਡਰਾਇੰਗ ਰੂਮ ਹੈ, ਇਹ ਸਾਡਾ ਬੈੱਡਰੂਮ ਹੈ, ਅਲੱਗ-ਅਲੱਗ ਬੱਚਿਆਂ ਦੇ ਕਮਰੇ ਨੇ। ਈਵਨ ਕੁੱਤੇ ਡੌਗੀ ਵਾਸਤੇ ਵੀ ਕਮਰਾ ਬਣਾਇਆ ਜਾਂਦਾ ਹੈ। ਪਰ ਜਿਹੜੇ ਬਿਰਧ ਨੇ ਇਹਨਾਂ ਤੇ ਫੋਕਸ ਨਹੀਂ ਹੁੰਦਾ ਜੀ। ਮੈਂ ਛੋਟੀ ਜੀ ਤੁਹਾਨੂੰ ਬਿਲਕੁਲ ਸਹੀ ਗੱਲ ਇੱਕ ਦ੍ਰਿਸ਼ਟਾਂਤ ਦੀ ਗੱਲ ਕਰਾਂਗਾ। ਇਹ ਮੇਰੇ ਅੱਖੀਂ ਦੇਖਿਆ ਹੋਇਆ ਸੀਨ ਹੈ ਵੀ ਕੋਠੀ ਬਣਾ ਲਈ ਪੁੱਤ ਨੇ, ਚੱਠ ਕਰ ਰਹੇ ਨੇ। ਅੱਛਾ। ਚੱਠ ਕਰਨ ਤੋਂ ਬਾਅਦ ਤੇ ਉਹ ਜਿਹੜੀ ਮਾਂ ਹੈ ਨਾ,
ਘਰ ਦੀ, ਜਿਹਨੂੰ ਅਸੀਂ ਮੁੱਖ ਹੀ ਕਹਿੰਦੇ ਆ, ਉਹ ਮਾਂ ਚਾਲ ਨਾਲ ਰਿਸ਼ਤੇਦਾਰਾਂ ਨੂੰ ਦਿਖਾ ਰਹੀ ਹੈ, ਆਹ ਮੇਰੇ ਪੁੱਤ ਤੇ ਨੂੰ ਇੱਥੇ ਪਹਿਨਗੇ, ਆਹ ਮੇਰੇ ਛੋਟੇ ਬੱਚੇ ਦਾ ਪੋਤੇ ਦਾ ਕਮਰਾ ਹੈ, ਆਹ ਮੇਰੇ ਵੱਡੇ ਪੋਤੇ ਦਾ ਕਮਰਾ ਹੈ, ਆਹ ਡਰਾਇੰਗ ਰੂਮ ਹੈ, ਇੱਥੇ ਚਾਹੇ 50 ਬੰਦੇ ਬੈਠ ਜਾਣ। ਉਹ ਬੜੇ ਚਾਅ ਨਾਲ ਸਾਰਾ ਕੁਝ ਦਿਖਾ ਰਹੀ ਹੈ। ਤੇ ਉਸ ਤੋਂ ਪਿੱਛੋਂ ਕਿਸੇ ਨੇ ਪੁੱਛ ਲਿਆ ਵੀ ਬੇਬੇ ਇਹ ਸਾਰਿਆਂ ਕਮਰਿਆਂ 'ਚ ਤੇਰਾ ਕਮਰਾ ਕਿਹੜਾ ਹੈ? ਤੇ ਹੁਣ ਤੁਸੀਂ ਦੇਖਿਓ ਵੀ ਉਹ ਜਵਾਬ ਦੇ ਰਹੀ ਹੈ ਵੀ ਸੋਚ ਕੇ ਬੜਾ ਗੰਭੀਰ ਹੋ ਕੇ ਕਿ ਮੇਰੇ ਪੁੱਤ ਨੂੰ ਭੁੱਲਣ ਜੇ ਦੀ ਆਦਤ ਹੈ, ਸ਼ਾਇਦ ਭੁੱਲ ਗਿਆ ਮੇਰਾ ਕਮਰਾ ਬਣਾਉਣਾ। ਦੇਖੋ ਸੱਚਾਈ ਇਹ ਹੈ, ਸੱਚਾਈ ਹੈ ਵੀ ਜਿਹੜੀ ਆਪਾਂ ਗੱਲ ਕਰਦੇ ਹਾਂ ਨਾ ਰਤਮਾਂ ਦੀ, ਉਹ ਇਸ ਤਰੀਕੇ ਦੀ ਹੈ ਸਥਿਤੀ। ਜਦੋਂ ਆਪਾਂ ਗੱਲ ਕਰਦੇ ਹਾਂ, ਜਿਵੇਂ ਉਂਝ ਵੀ ਗੱਲ ਕਹਾਂ ਵੀ ਦੇਖੋ ਜਿਹੜੀ ਮਈ ਦਿਵਸ ਹੈ ਨਾ, ਮਈ ਦਿਵਸ ਮਾਂ ਦਿਵਸ ਦੇ ਤੌਰ ਤੇ ਮਨਾਈ ਜਾਂਦੀ ਹੈ ਸੰਸਾਰ ਲੈਵਲ ਤੇ। ਜੂਨ ਹੈ ਜਿਹੜਾ ਪਿਤਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ, ਤੇ ਜੁਲਾਈ ਹੈ ਜਿਹੜੀ ਮਾਪੇ ਦਿਵਸ ਦੇ ਤੌਰ ਤੇ ਮਨਾਈ ਜਾਂਦੀ ਹੈ, ਤੇ ਅਕਤੂਬਰ ਹੈ ਜਿਹੜਾ ਹੁਣੀ ਅਸੀਂ ਮਨਾ ਕੇ ਹਟੇ ਹਾਂ, ਸੀਨੀਅਰ ਸਿਟੀਜ਼ਨ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਹ ਚਾਰੇ ਜਿਹੜੇ ਦਿਨ ਨੇ ਇਹ ਪ੍ਰੈਕਟੀਕਲੀ ਨਹੀਂ ਮਨਾਏ ਜਾਂਦੇ। ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਦੇ ਜਿਹਨ 'ਚ ਚਾਰੇ ਦਿਨ ਨਹੀਂ ਹਨ, ਉਹਨਾਂ ਦੇ ਜਿਹਨ 'ਚ ਹੈ ਫਰਵਰੀ ਵਾਲਾ ਵੈਲੈਂਟਾਈਨ ਡੇ ਜੀ, ਉਹ ਤਾਂ ਉਹਨਾਂ ਦੇ ਜਿਹਨ 'ਚ ਹੈਗਾ ਜੀ, ਤੇ ਬਾਕੀ ਦੇ ਨਹੀਂ ਹਨ। ਇੱਕ ਬਿਲਕੁਲ ਠੀਕ, ਜਦੋਂ ਤੁਹਾਡੀ ਗੱਲੇ ਮੈਂ ਕਰਦਾ ਨਾ, ਇੱਕ ਤਾਂ ਏਜ ਵੈਲ ਸੈਂਕਟਨ ਹੋਇਆ, ਤੇ ਉਹਨਾਂ ਨੇ ਇੱਕ ਸਰਵੇ ਕੀਤਾ ਸੀ। ਇੱਕ ਸਰਵੇ ਹੋਇਆ ਪੰਜਾਬੀ ਯੂਨੀਵਰਸਿਟੀ ਦਾ, ਉਹ ਸੰਯੁਕਤ ਦੇ ਰੂਪ ਸੀ, ਜਿਹੜਾ ਉਹਦੇ ਵਿੱਚ ਆਇਆ ਨਾ ਤੁਹਾਡੇ ਗੰਭੀਰ ਪ੍ਰਸ਼ਨ ਦਾ ਉਹ ਜੀ, ਵੀ ਉਹ ਇਹ ਸੀਗਾ ਵੀ 25.41%, ਇਹ ਅੰਕੜੇ ਤੇ ਮੈਂ ਗੱਲ ਕਰ ਰਿਹਾ। ਅੱਛਾ, ਵੀ 25.41% ਬਜ਼ੁਰਗ ਇਹ ਨੇ ਜਿਹੜੇ ਬੇਬਸੀ ਦੀ ਹਾਲਤ 'ਚ ਰਹਿ ਰਹੇ ਨੇ, ਪਰ ਉਹ ਕੁਝ ਕਹਿਣਾ ਨਹੀਂ ਚਾਹੁੰਦੇ, ਇਸ ਤਰੀਕੇ ਨਾਲ ਨਹੀਂ ਕਹਿਣਾ ਚਾਹੁੰਦੇ, ਕਿਉਂਕਿ ਉਹ ਉਹੀ ਜਵਾਬ ਦਿੰਦੇ ਨੇ ਕਿ ਮੇਰੇ ਪੁੱਤ ਨੂੰ ਭੁੱਲਣ ਦੀ ਆਦਤ ਹੈ। ਘਰ ਦੀ ਬੰਦ ਮੁੱਠੀ ਨੂੰ ਖੋਲਿਆ ਵੀ ਤਾਂ ਨਹੀਂ ਜਾਂਦਾ, ਘਰ ਦੀ ਬੰਦ ਮੁੱਠੀ ਨੂੰ ਖੋਲਿਆ ਵੀ ਤਾਂ ਨਹੀਂ ਜਾਂਦਾ, ਭਲਾ ਰਿਸ਼ਤੇ ਹੋਏ ਜ਼ਖਮਾਂ ਨੂੰ ਇੰਜ ਕੌਣ ਵਿਖਾਉਂਦਾ ਹੈ। ਇਹ ਬੇਬਸੀ ਹੈ ਉਹਨਾਂ ਦੀ, ਝਲਕਦੀ ਹੈ ਉਹਨਾਂ ਦੇ ਚਿਹਰੇ ਦੇ ਉੱਤੇ, ਪਰ ਉਹ ਬੋਲ ਨਹੀਂ ਰਹੇ ਜੀ। ਤੇ 17% ਸਾਹਮਣੇ ਇਹ ਆਏ ਸੀਗੇ ਜਿਹੜੇ ਓਪਨਲੀ ਕਹਿ ਗਏ ਵੀ ਸਾਡੀ ਬੇਕਦਰੀ ਹੈ, ਸਾਨੂੰ ਸਾਡੇ ਧੀ ਪੁੱਤ ਨੇ ਜਿਹੜੇ ਕੁਛ ਨਹੀਂ ਪੁੱਛਦੇ, ਸਾਡੀ ਨੂੰਹਾਂ ਸਾਡੀਆਂ ਕੁਛ ਨਹੀਂ ਪੁੱਛ ਰਹੀਆਂ। ਤੇ 44% ਇਹ ਸੀ ਉਹਦੇ ਵਿੱਚ ਜਿਹੜੇ ਸਭ ਸਾਹਮਣੇ ਆਏ, ਉਹ ਕਹਿ ਰਹੇ ਨੇ ਵੀ ਸਾਡੇ ਪੁੱਤ ਧੀ ਸਾਨੂੰ ਰੋਟੀ ਤਾਂ ਦਿੰਦੇ ਨੇ, ਪਰ ਉਹਦੇ ਬਦਲੇ 'ਚ ਅਸੀਂ ਨੇਪਾਲੀ ਮੁੰਡੂ ਬਣੇ ਹੋਏ ਹਾਂ, ਉਹਨਾਂ ਦੇ ਬੱਚਿਆਂ ਨੂੰ ਸਾਂਭ ਰਹੇ ਹਾਂ। ਤੇ ਅਗਲੀ ਜਿਹੜੀ ਗੰਭੀਰ ਹੋ ਕੇ ਪ੍ਰਸ਼ਨ ਹੈਗਾ ਵੀ 33% ਇਹੋ ਜਿਹੇ ਨੇ ਜਿਨ੍ਹਾਂ ਨੂੰ ਧੀਆਂ ਸਾਂਭ ਰਹੀਆਂ ਨੇ, ਧੀਆਂ ਸਾਂਭ ਰਹੀਆਂ ਨੇ, ਤੇ ਇੱਕ ਸੁਨੇਹਾ ਵੀ ਦਿੱਤਾ ਹੈ ਮਾਪਿਆਂ ਨੂੰ, ਲੋਕਾਂ ਨੂੰ, ਸਮਾਜ ਨੂੰ, ਕਿ ਪੁੱਤ ਬਣਾਉਣ ਜ਼ਮੀਨਾਂ, ਧੀਆਂ ਦਰਦ ਬਣਾਉਂਦੀਆਂ ਨੇ। ਇਹ ਸਥਿਤੀ ਹੈ ਜਿਹੜੀ ਸਾਡੀ। ਉਂਝ ਜੇ ਅਸੀਂ ਸਮੁੱਚੇ ਵਰਲਡ 'ਚ ਲਈਏ ਨਾ, ਤਾਂ ਵਰਲਡ ਦੇ ਵਿੱਚ ਇਸ ਤਰੀਕੇ ਨਾਲ ਹੈਗਾ ਵੀ ਸਵੀਡਨ ਜਿਹੜਾ ਕੰਟਰੀ ਹੈ, 91 ਦੇਸ਼ਾਂ ਦਾ ਸਰਵੇਖਣ ਹੋਇਆ, 91 ਦੇਸ਼ਾਂ 'ਚੋਂ ਜਿਹੜਾ ਸਵੀਡਨ ਹੈ ਇਹ ਟੌਪ 'ਤੇ ਹੈ, ਜਿੱਥੇ 1937 ਤੋਂ ਸੀਨੀਅਰ ਸਿਟੀਜ਼ਨ ਐਕਟ ਚਾਲੂ ਹੋਇਆ, ਪੈਨਸ਼ਨ ਉਦੋਂ ਤੋਂ 1937 ਤੋਂ ਚੱਲ ਰਹੀ ਹੈ, ਤੇ ਜਿਹੜਾ ਭਾਰਤ ਹੈ ਸਾਡਾ, ਇੰਡੀਆ ਹੈ 73ਵੇਂ ਨੰਬਰ 'ਤੇ ਹੈ। ਦੇਖੋ ਜੀ, ਇਹ ਜਿਹੜੇ ਅੰਕੜੇ ਤੁਸੀਂ ਦੱਸ ਰਹੇ ਹੋ, ਇਹ ਅੰਕੜੇ ਸਾਡੀ ਜਿਹੜੀ ਆ ਇਹ ਬਜ਼ੁਰਗਾਂ ਦੀ ਸਥਿਤੀ ਦੱਸ ਰਹੇ ਨੇ, ਔਰ ਅਸੀਂ ਕਿੱਥੇ ਬੈਠੇ ਹਾਂ ਕਿ ਲਗਭਗ ਹਰ ਘਰ ਦੇ ਵਿੱਚ ਬਜ਼ੁਰਗ ਦਾ ਤਿਰਸਕਾਰ ਕੀਤਾ ਜਾ ਰਿਹਾ। ਜਿਵੇਂ ਤੁਸੀਂ ਪਹਿਲਾਂ ਸਾਂਝੇ ਪਰਿਵਾਰਾਂ ਦੀ ਗੱਲ ਕੀਤੀ ਸੀ, ਸਾਂਝੇ ਪਰਿਵਾਰਾਂ ਦੇ ਵਿੱਚ ਰੁਤਬਾ ਬਜ਼ੁਰਗਾਂ ਦਾ ਕੁਝ ਹੋਰ ਹੁੰਦਾ ਸੀ, ਫਿਰ ਇਕਹਿਰੇ ਪਰਿਵਾਰ ਹੋ ਗਏ, ਜਿਵੇਂ ਤੁਸੀਂ ਦੱਸਿਆ ਕਿ ਬੱਚਿਆਂ ਨੇ ਆਪੋ ਆਪਣੀਆਂ ਕੋਠੀਆਂ ਬਣਾ ਲਈਆਂ, ਫਿਰ ਵੀ ਮਾਪੇ ਕਹਿੰਦੇ ਨੇ ਕਿ ਉਹਨੂੰ ਭੁੱਲਣ ਦੀ ਆਦਤ ਆ, ਚੱਲ ਮੇਰਾ ਵੀ ਮੰਜਾ ਕਿਤੇ ਨਾ ਕਿਤੇ ਡਹਿ ਜੂਗਾ। ਹੁਣ ਗੱਲ ਇਹ ਹੈ ਕਿ ਇਹ ਮੰਜੇ ਬਾਹਰ ਕਿਉਂ ਕੱਢ ਰਹੇ, ਕਿਉਂ ਬੱਚੇ ਆ ਉਹ ਭੁੱਲ ਗਏ ਆ ਕਿ ਜਿਨ੍ਹਾਂ ਨੇ ਤੁਹਾਨੂੰ 9 ਮਹੀਨੇ ਕੁੱਖ ਦੇ ਵਿੱਚ ਰੱਖਿਆ, ਫਿਰ ਗਿੱਲੇ ਸੁੱਕੇ ਪਾ ਕੇ ਤੁਹਾਨੂੰ ਪਾਲਿਆ ਆ, ਉਹਨਾਂ ਦਾ ਮੰਜਾ ਤੁਸੀਂ ਬਾਹਰ ਕਿਉਂ ਕੱਢੋ, ਕੀ ਕਾਰਨ ਬਣ ਜਾਂਦੇ ਆ? ਦੇਖੋ, ਅੱਜ ਦੀ ਜਿਹੜੀ ਦੌੜ ਹੈ ਨਾ ਜੋਗੀ ਜੀ, ਪਦਾਰਥਕ ਦੌੜ ਹੈ ਜੀ, ਇੱਕ ਨਿੱਜ ਤੋਂ ਨਿੱਜ ਤੱਕ ਦਾ ਹੈ। ਜਿਹੜੇ ਸਾਡੇ ਰਿਸ਼ਤੇ ਨੇ ਨਾ, ਉਹ ਦਰਅਸਲ ਪਾਣੀਆਂ ਨਾਲੋਂ ਵੀ ਪਤਲੇ ਹੋ ਗਏ ਨੇ ਜੀ। ਜਿਹੜਾ ਬਜ਼ੁਰਗ ਨੇ, ਤੁਸੀਂ ਸ਼ੁਰੂ 'ਚ ਆਰੰਭਿਕ ਸ਼ਬਦਾਂ 'ਚ ਕਹਿਤਾ ਕਿ ਬਜ਼ੁਰਗ ਤਾਂ ਮੱਥਾ ਹੈ ਜੀ ਘਰ ਦਾ। ਜੇ ਕਿਸੇ ਦੀ ਘਰ ਦੀ ਸਥਿਤੀ ਦੇਖਣੀ ਹੈ ਤਾਂ ਇਹ ਦੇਖੋ ਵੀ ਉੱਥੇ ਬਜ਼ੁਰਗ ਨੇ ਜਿਹੜੇ, ਉਹਨਾਂ ਦਾ ਰਹਿਣ ਸਹਿਣ ਕਿਸ ਤਰੀਕੇ ਦਾ। ਤੇ ਜਿਹੜੀ ਇਹ ਪਦਾਰਥਕ ਦੌੜ ਹੈ, ਪਦਾਰਥਕ ਦੌੜ ਦੇ ਵਿੱਚ
ਮਾਪੇ ਨੇ ਜਿਹੜੇ ਉਹ ਪਿਸਦੇ ਜਾ ਰਹੇ ਨੇ ਜੀ। ਬਿਲਕੁਲ ਠੀਕ ਹੈ ਵੀ ਰਿਸ਼ਤੇ ਨੇ ਜਿਹੜੇ, ਰਿਸ਼ਤਿਆਂ ਦੀ ਮਹੱਤਤਾ ਜਿਹੜੀ ਉਹ ਬਹੁਤ ਜ਼ਿਆਦਾ ਘਟ ਗਈ ਹੈ। ਜਿਵੇਂ ਮੈਂ ਤੁਹਾਨੂੰ ਸ਼ੁਰੂ 'ਚ ਗੱਲ ਕੀਤੀ ਹੈ ਵੀ ਬਜ਼ੁਰਗ ਪਹਿਲਾਂ ਘਰ ਦੇ ਅੰਦਰੋਂ ਵਿਹੜੇ 'ਚ ਬਾਹਰ ਆਏ ਨੇ, ਡਿਊਟੀ 'ਚ ਆਏ ਨੇ, ਡਿਊਟੀ ਤੋਂ ਬਾਅਦ ਸੜਕਾਂ ਤੇ ਆਏ ਨੇ, ਸੜਕਾਂ ਤੋਂ ਬਾਅਦ ਬਿਰਧ ਆਸ਼ਰਮਾਂ ਦੇ ਵੱਲ ਬਿਰਧ ਆਸ਼ਰਮਾਂ ਵੱਲ ਚਲੇ ਗਏ ਨੇ। ਦੁਖਾਂਤ ਹੈ ਸਾਡੇ ਸਮਾਜ ਦਾ, ਤੱਬਾ ਹੈ ਸਾਡੇ ਵਾਸਤੇ। ਯਾਨੀ ਜੇ ਅਸੀਂ ਉਹ ਬਜ਼ੁਰਗਾਂ ਨੂੰ ਦੇਖੀਏ ਨਾ, ਬਹੁਤ ਸਾਰੇ ਬਜ਼ੁਰਗ ਜਿਵੇਂ ਮੈਂ ਤੁਹਾਨੂੰ ਅੰਕੜਿਆਂ ਨਾਲ ਕੀਤੀ, ਉੱਥੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਉਹੋ ਜਿਹੀ ਸ਼ਕਲ ਹੈ ਉਹਨਾਂ ਦੀ ਵੀ ਔਲਾਦ ਦੀ ਬੇਰੁਖੀ ਹੈ ਜਿਹੜੀ ਉਹ ਕੀਰਨੇ ਪਾਉਂਦੀ ਹੈ ਉਹਨਾਂ ਦੇ ਚਿਹਰਿਆਂ ਦੇ ਉੱਤੋਂ ਵੀ ਸਾਨੂੰ ਤਾਂ ਔਲਾਦ ਨੇ ਸੰਭਾਲਿਆ ਨਹੀਂ ਹੈ। ਹਾਲਾਂਕਿ ਬਿਲਕੁਲ ਠੀਕ ਹੈ ਵੀ ਜਿਹੜਾ ਮਾਂ ਹੈ, ਜੇ ਆਪਾਂ ਇਹ ਗੱਲ ਕਰੀਏ, ਮਾਂ ਸਾਡੇ ਦਿਲ ਦੇ ਨੇੜੇ ਹੈ ਜੀ, ਬਾਪ ਸਾਡੇ ਦਿਮਾਗ ਦੇ ਨੇੜੇ ਹੈ, ਦੋਨੋਂ ਜਾਣੇ ਜਿਨ੍ਹਾਂ ਨੂੰ ਅਸੀਂ ਅੱਖੋਂ ਓਹਲੇ ਕੀਤਾ। ਤੇ ਮਾਂ ਬਾਪ ਦੀਆਂ ਅਸੀਸਾਂ ਨੇ ਜਿਹੜੀਆਂ ਨਾ, ਉਹ ਆਕਸੀਜਨ ਦੇ ਦਰਖਤ ਵਰਗੀਆਂ ਨੇ। ਬਿਲਕੁਲ, ਜਿੱਥੇ 24 ਘੰਟੇ ਆਕਸੀਜਨ ਹੀ ਚੱਲਦੀ ਹੈ ਤੇ ਦਰਸੀਸਾਂ ਤਾਂ ਉਹਨਾਂ ਦੇ ਮੂੰਹ ਤੋਂ ਨਿਕਲਦੀ ਨਹੀਂ ਨਾ। ਤੇ ਇਹ ਵੀ ਨਾਲ ਮੈਂ ਕਹਾਂਗਾ ਵੀ ਜੇ ਬਜ਼ੁਰਗਾਂ ਦੀਆਂ ਅਸੀਸਾਂ ਨੇ ਜਿਹੜੀਆਂ ਉਹ ਜ਼ਿੰਦਗੀ ਦਾ ਪਾਰ ਤਾਰਾ ਕਰਦੀਆਂ ਨੇ ਔਲਾਦ ਦੀਆਂ, ਤਾਂ ਜਿਹੜੀਆਂ ਦਰਸੀਸਾਂ ਨੇ ਉਹ ਅਸਮਾਨ ਤੋਂ ਥੱਲੇ ਵੀ ਭਟਕਾ ਕੇ ਮਾਰਨ। ਬਿਲਕੁਲ ਜੀ। ਔਰ ਜੇਕਰ ਬਦਸੀਸ ਜੇਕਰ ਕੋਈ ਮਾਪਾ ਦਿੰਦਾ ਤਾਂ ਫਿਰ ਪੱਥਰਾਂ ਨੂੰ ਵੀ ਪਾੜ ਦਿੰਦੀ ਹੈ। ਔਰ ਜੇਕਰ ਅਸੀਂ ਗੱਲ ਕਰੀਏ ਕਿ ਜਿਹੜਾ ਬਜ਼ੁਰਗਾਂ ਦਾ ਸਮਾਂ ਉਹ ਸਤਿਕਾਰ ਦੇ ਲਾਇਕ, ਸਤਿਕਾਰ ਵਾਲਾ ਸਮਾਂ ਸੀ ਕਿ ਇੱਥੇ ਹੁਣ ਇਹਨਾਂ ਨੂੰ ਸਤਿਕਾਰ ਦੇਣਾ, ਉਹ ਤਿਰਸਕਾਰ ਦੇ ਵਿੱਚ ਕਿਉਂ ਬਦਲ ਗਿਆ? ਕੀ ਕਮੀਆਂ ਰਹਿ ਗਈਆਂ ਕਿ ਬੱਚੇ ਜਿਹੜੇ ਆ ਬਜ਼ੁਰਗਾਂ ਨੂੰ ਸਤਿਕਾਰ ਦੇਣ ਦੀ ਬਜਾਏ ਤਿਰਸਕਾਰ ਦੇਣ ਲੱਗ ਪਏ, ਤਿਲਾਂਜਲੀਆਂ ਦੇਣ ਲੱਗ ਪਏ, ਘਰੋਂ ਕੱਢਣ ਲੱਗ ਪਏ? ਕੀ ਕਾਰਨ ਬਣ ਗਿਆ ਸੀ? ਕਿਹੜੀ ਵਿਪਤਾ ਪੈ ਗਈ? ਆਣ ਕੀ ਕਿਹੜਾ ਪਹਾੜ ਟੁੱਟ ਪਿਆ? ਦੇਖੋ, ਦੋ ਗੱਲਾਂ ਮੈਂ ਇਸ ਦੇ ਮਾਮਲੇ 'ਚ ਵੀ ਕਹਾਂਗਾ ਵੀ ਜੇ ਅਸੀਂ ਪੁਰਾਣੀ ਪੀੜ੍ਹੀ ਤੇ ਨਵੀਂ ਪੀੜ੍ਹੀ ਦੇ ਅੰਤਰ ਦੀ ਗੱਲ ਕਰਦੇ ਹਾਂ, ਜਿਹੜੀ ਪੁਰਾਣੀ ਪੀੜ੍ਹੀ ਹੈ ਨਾ, ਜਿਸ 'ਚ ਬਜ਼ੁਰਗ ਵੀ ਆ ਗਏ ਜੀ, ਇਹ ਸਿਧਾਂਤਵਾਦੀ ਸੀਗੇ, ਜਿਹੜੇ ਅਸੂਲ ਬਣ ਗਏ ਉਹਨਾਂ 'ਤੇ ਡਟ ਕੇ ਪਹਿਰਾ ਦੇਣ ਵਾਲੇ ਸੀ। ਤੇ ਜਿਹੜੇ ਅੱਜ ਦੀ ਪੀੜ੍ਹੀ ਹੈ ਇਹ ਵਿਵਹਾਰਵਾਦੀ ਨੇ ਜੀ। ਹੱਥ ਵੀ ਜੇ ਮਿਲਾਉਣਾ ਹੈ ਤਾਂ ਦੇਖਣਾ ਵੀ ਹੱਥ ਮਿਲਾਉਣ ਦੇ ਨਾਲ ਕੀ ਕੁਛ ਮਿਲਣਾ ਜੀ। ਹਰ ਇੱਕ ਚੀਜ਼ ਤੋਂ ਮਤਲਬ ਕੱਢਦੇ ਨੇ, ਹਰ ਇੱਕ ਚੀਜ਼ ਤੋਂ ਮਤਲਬ ਕੱਢਣੇ। ਮਤਲਬ ਪ੍ਰਸਤੀ ਭਾਰੂ ਹੋਈ ਹੋਈ ਹੈ ਜ਼ਿੰਦਗੀ ਦੇ ਉੱਤੇ। ਇਹ ਚੀਜ਼ ਵੀ ਪਹਿਲਾਂ ਸੀਗਾ, ਜਿਹੜੇ ਬਜ਼ੁਰਗ ਸੀ ਉਹਨਾਂ ਦਾ ਸੀਗਾ ਵੀ ਪ੍ਰਾਣ ਜਾਏ ਪਰ ਬਚਨ ਨਾ ਜਾਏ। ਤੇ ਹੁਣ ਦਾ ਜਿਹੜੇ ਇਹ ਤਾਂ ਖਾਦੀ ਕੜੀ ਵੀ ਮੌਕੇ ਅਨੁਸਾਰ ਜਿਹੜੇ ਦੇਖਣਾ ਉਹਨਾਂ ਨੇ, ਮੌਕੇ ਅਨੁਸਾਰ ਆਪਣੇ ਜਿਹੜੇ ਵਾਅਦੇ ਕੀਤੇ ਹੋਏ ਨੇ ਉਹਨਾਂ ਵਾਅਦਿਆਂ ਤੋਂ ਮੁੱਕਰ ਜਾਣਾ ਹੈ। ਜਿਹੜੀ ਪੁਰਾਣੀ ਪੀੜ੍ਹੀ ਸੀ, ਸੱਚਾਈ ਹੈ, ਇਹ ਦੁਖਾਂਤ ਵੀ ਹੈ ਤੇ ਪਾੜੇ ਦਾ ਕਾਰਨ ਵੀ ਬਣ ਗਿਆ। ਜਿਹੜੇ ਪੁਰਾਣੀ ਪੀੜ੍ਹੀ ਸੀ ਨਾ, ਉਹਨਾਂ ਨੇ ਸਿਰ ਨੂੰ ਤਾਂ ਬਣਾਇਆ ਗੱਡਾ, ਪੈਰਾਂ ਨੂੰ ਬਣਾਏ ਟਾਇਰ, ਤੇ ਉਹਨਾਂ ਨੇ ਕੰਮ ਇਸ ਤਰੀਕੇ ਨਾਲ ਮੁਸ਼ੱਕਤ ਕੀਤੀ ਹੈ। ਤੇ ਹੁਣ ਦੀ ਜਿਹੜੀ ਪੀੜ੍ਹੀ ਹੈ ਉਹ ਕਰੇ ਕਰਾਏ ਤੇ ਦੁੱਧ ਤੇ ਮਲਾਈ ਪਾਰ ਰਹੀ ਹੈ। ਕਿਰਤ ਤੋਂ ਦਾ ਸੰਕਲਪ ਹੈ ਜਿਹੜਾ ਉਹ ਅਲੋਪ ਹੋ ਗਿਆ। ਜਦੋਂ ਪਾੜੇ ਇਸ ਤਰੀਕੇ ਦੇ ਆਉਂਦੇ ਨੇ ਨਾ ਵੀ ਵਿਵਹਾਰਵਾਦੀ ਵੀ ਹੋ ਗਿਆ, ਜਦੋਂ ਡਟ ਕੇ ਪਹਿਰਾ ਨਹੀਂ ਦੇਣਾ। ਤੇ ਪਹਿਲਾਂ ਇਹ ਵੀ ਸੀ ਵੀ ਸੱਚਾਈ ਹੈ ਤਾਂ ਮੈਂ ਰੋਜ਼ ਦੇਖਦੀ ਹਾਂ ਅਸੀਂ ਵੀ ਪਹਿਲਾਂ ਸੀ ਵੀ ਜਿਹੜੀ ਔਲਾਦ ਸੀ ਉਹ ਮਾਂ ਦੇ ਬਾਪ ਦੇ ਪੈਰਾਂ ਦੇ ਹੱਥ ਲਾਉਂਦੀ ਸੀ ਜੀ। ਹੁਣ ਦੀ ਔਲਾਦ ਗਰਦਨ ਨੂੰ ਹੱਥ ਪਾਉਂਦੀ ਹੈ। ਬਿਲਕੁਲ, ਪਹਿਲਾਂ ਇਹ ਸੀ ਵੀ ਔਲਾਦ ਹੈ ਜਿਹੜੀ ਮਾਂ ਬਾਪ ਤੋਂ ਡਰਦੀ ਸੀ। ਹੁਣ ਜਿਹੜੇ ਮਾਂ ਬਾਪ ਨੇ ਉਹ ਔਲਾਦ ਤੋਂ ਡਰਦੇ ਨੇ। ਸੱਚਾਈ ਹੈ। ਇੱਕ ਛੋਟਾ ਜਿਹਾ ਮੈਂ ਤੁਹਾਨੂੰ ਸੀਨ ਦਿਖਾਉਣਾ। ਮੈਂ ਡਾਇਰੈਕਟਰ ਵੀ ਹਾਂ ਇੱਕ ਨਸ਼ਾ ਛੁਡਾਊ ਕੇਂਦਰ ਹੈ, ਸਪਾਂਸਰਡ ਬਾਈ ਸੈਂਟਰ ਗਵਰਨਮੈਂਟ। ਸੱਚਾਈ ਹੈ, ਮੈਂ ਉਸ ਦਿਨ ਬੜਾ ਪਰੇਸ਼ਾਨ ਹੋਇਆ ਸਾਂ ਵੀ ਮਾਪਿਆਂ ਦੀ ਪੋਜੀਸ਼ਨ ਕੀ ਹੈ, ਦੁਰਗਤੀ ਕੀ ਹੈ। ਉਹਦੇ ਵਿੱਚ ਕਾਰਨ ਤੁਹਾਡਾ ਉਹ ਸ਼ਾਮਲ ਹੋ ਜਾਏਗਾ ਜੀ। ਮੈਂ ਆਫਿਸ 'ਚ ਬੈਠਾ, ਬਜ਼ੁਰਗ ਆਪਣੇ ਜਵਾਨ ਮੁੰਡੇ ਨੂੰ ਲੈ ਕੇ ਆ ਗਿਆ ਤੇ ਲੈਣ ਤੋਂ ਬਾਅਦ ਅਸੀਂ ਉਹਨੂੰ ਮੁੰਡੇ ਨੂੰ ਤਾਂ ਜਿਹੜਾ ਪੇਸ਼ੈਂਟ ਸੀ, ਨਸ਼ਾ ਕਰਦਾ ਸੀ, ਉਹਦੀ ਕਾਉਂਸਲਿੰਗ ਵਾਸਤੇ ਮੈਂ ਹੋਰ ਡਿਊਟੀ ਲਾਈ ਤੇ ਬਜ਼ੁਰਗਾਂ ਨਾਲ ਮੈਂ ਗੱਲ ਨਹੀਂ ਲੱਗ ਗਿਆ। ਤੇ ਉਹ ਜਦੋਂ ਗੱਲਾਂ ਕਰ ਰਿਹਾ ਮੈਂ ਉਹਦੇ ਨਾਲ 2 ਮਿੰਟ ਗੱਲਾਂ ਕੀਤੀਆਂ, ਉਹਨੂੰ ਇੰਝ ਲੱਗਿਆ ਵੀ ਕੋਈ ਹਮਦਰਦ ਟੱਕਰ ਗਿਆ ਮੈਨੂੰ, ਬਜ਼ੁਰਗ ਨੂੰ। ਮੈਨੂੰ ਉਹ ਕਹਿੰਦਾ ਵੀ ਫਿਰ ਤੁਸੀਂ ਮੇਰਾ ਦੁੱਖ ਸੁਣੋਗੇ? ਅੱਛਾ। ਮੈਂ ਕਿਹਾ ਹਾਂ, ਮੈਂ ਇਸੇ ਵਾਸਤੇ ਬੈਠਾ, ਮੈਂ ਤੁਸੀਂ ਦੱਸੋ ਮੈਨੂੰ ਕੀ। ਉਹਨੇ ਮੇਰੇ ਵੱਲ ਪਿੱਠ ਕੀਤੀ। ਅੱਛਾ। ਪਿੱਠ ਕਰਕੇ ਆਪਣੀ ਕਮੀਜ਼ ਮਗਰੋਂ ਚੱਕ ਕੇ ਕਹਿੰਦੇ ਆ ਲਾਸ਼ਾਂ ਦੇ ਨਿਸ਼ਾਨ ਦੇਖਦੇ ਹੋ? ਉਹ ਮੇਰੀ ਰੋਣ ਹਾਕੀ ਹਾਲਤ ਸੀ। ਇਹ ਲਾਸ਼ਾਂ ਦੇ ਨਿਸ਼ਾਨ ਆ ਜਿਹੜਾ ਮੁੰਡਾ ਮੇਰੇ ਨਾਲ ਆਇਆ ਨਾ, ਦੂਜੇ ਕਮਰੇ 'ਚ ਭੇਜਤਾ ਤੁਸੀਂ, ਇਹਨੇ ਅੱਜ ਡਾਂਗਾਂ ਨਾਲ ਮੈਨੂੰ ਛੱਲੀਆਂ ਦੀ ਤਰ੍ਹਾਂ ਕੁੱਟਿਆ। ਇਹ ਨਿਸ਼ਾਨ ਉਹਦੇ ਨੇ।
ਤੇ ਮੇਰਾ ਉਦੋਂ ਸੀਗਾ ਪੁੱਬਾ ਮਾਰ ਕੇ ਰੋਣ ਨੂੰ ਜੀ ਕਰਦਾ ਸੀ ਵੀ ਇਹ ਬਜ਼ੁਰਗਾਂ ਦੀ ਇਹ ਸਥਿਤੀ ਹੋ ਗਈ, ਜਿਹੜੇ ਅਸੀਂ ਆਦਰਯੋਗ ਸੀ, ਜਿਨ੍ਹਾਂ ਨੂੰ ਅਸੀਂ 4 ਤੀਰਥ ਸਥਾਨ ਕਹਿੰਦੇ ਸੀ ਵੀ 2 ਮਾਂ ਦੇ ਪੈਰ 2 ਬਾਪ ਦੇ ਪੈਰ 4 ਤੀਰਥ ਸਥਾਨ ਨੇ, ਤੇ ਉਹ ਤੀਰਥ ਸਥਾਨ ਕਿਤੇ ਗਏ ਤੇ ਉਹ ਲਾਸ਼ਾਂ ਜੋਗੇ ਰਹਿ ਗਏ। ਉਹ ਉਦੋਂ ਬਾਅਦ ਇਹ ਸੀਗਾ ਅਗਲਾ ਤਾਂ ਸਟੈਪ ਜੋ ਹੋਇਆ ਉਹ ਹੋਇਆ ਵੀ ਮੇਰਾ ਜਿਹੜਾ ਸੀਗਾ ਮੈਂ ਮੰਨਣਾ ਸੀਗਾ ਵੀ ਘੱਟ ਤੋਂ ਘੱਟ ਜਿਹੜੇ ਇਹ ਸਾਨੂੰ ਲੱਭਣੇ ਪੈਣਗੇ ਇਹ ਕਾਰਨ ਵੀ ਜਿਹੜੀ ਨੌਜਵਾਨ ਪੀੜ੍ਹੀ ਹੈ ਥਿਰਕ ਕਿਉਂ ਗਈ। ਇਹ ਰਿਸ਼ਤੇ ਜਿਹੜੇ ਇਸ ਤਰੀਕੇ ਨਾਲ ਮੈਂ ਕਿਹਾ ਤੁਹਾਨੂੰ ਵੀ ਪਾਣੀ ਤੋਂ ਵੀ ਪਤਲੇ ਹੋ ਗਏ ਨੇ, ਕਿਉਂ ਹੋਏ ਨੇ, ਸਾਨੂੰ ਇਹ ਲੱਭਣੇ ਪੈਣਗੇ। ਜਦੋਂ ਅਸੀਂ ਇੱਕ ਚੀਜ਼ ਮੈਂ ਜ਼ਰੂਰ ਇਹ ਗੱਲ ਕਹਾਂਗਾ, ਜਦੋਂ ਔਲਾਦ ਵੱਲ ਅਸੀਂ ਨਿਗਾਹ ਮਾਰਦੇ ਹਾਂ, ਬਹੁਤ ਜਗ੍ਹਾ 'ਤੇ ਇਹ ਗੱਲਾਂ ਹੋ ਰਹੀਆਂ ਨੇ, ਵਿਸਥਾਰ 'ਚ ਵੀ ਗੱਲ ਕਰਾਂਗੇ। ਅਕਸਰ ਕੀ ਵਾਪਰਦਾ ਹੈ ਜਦੋਂ ਮੈਂ ਇਸ ਗੱਲ ਨੂੰ ਦੇਖਦਾ ਵੀ ਕਿਉਂ ਪਿੱਤਲ ਗਏ, ਤਾਂ ਬਹੁਤ ਥਾਵਾਂ 'ਤੇ ਜਿਹੜੇ ਮਾਪੇ ਨੇ ਨਾ ਉਹ ਰੋਲ ਮਾਡਲ ਵੀ ਨਹੀਂ ਬਣੇ। ਇਹੀ ਗੱਲ ਮੇਰੇ ਵੀ ਜ਼ਿਹਨ ਦੇ ਵਿੱਚ ਘੁੰਮ ਰਹੀ ਸੀ ਕਿ ਅਸੀਂ ਆਮ ਤੌਰ ਤੇ ਬੱਚਿਆਂ ਨੂੰ ਇਹ ਦੋਸ਼ ਦਿੰਦੇ ਹਾਂ ਕਿ ਬੱਚੇ ਮਾਂ-ਬਾਪ ਨੂੰ ਬਿਰਧ ਆਸ਼ਰਮ ਦੇ ਵਿੱਚ ਛੱਡੇ, ਜਾਂ ਬੱਚੇ ਚੰਗੇ ਨਹੀਂ ਨਿਕਲੇ, ਜਾਂ ਬੱਚਿਆਂ ਦਾ ਪਤਾ ਨਹੀਂ ਕਿਉਂ ਮਾਪਿਆਂ ਦੇ ਨਾਲ ਪਿਆਰ ਨਹੀਂ। ਹੁਣ ਇੱਥੇ ਜਿਹੜੇ ਮਾਪੇ ਆ, ਇੱਕ ਕਹਾਣੀ ਮੈਂ ਸੁਣਾਵਾਂ ਤੁਹਾਨੂੰ, ਇੱਕ ਨਿੱਕੀ ਜਿਹੀ। ਇੱਕ ਬੱਚਾ ਜਦੋਂ ਘਰ ਦੇ ਵਿੱਚ ਬਾਪ ਮੁੱਕ ਜਾਂਦਾ, ਉਹਦਾ ਪੋਤਾ ਹੁੰਦਾ ਨਿੱਕਾ ਜਿਹਾ, ਉਹ ਨਿੱਕਾ ਜਿਹਾ ਪੋਤਾ ਜਿਹੜਾ ਉੱਤੇ ਕੰਬਲ ਲੈਂਦਾ ਸੀ, ਉਹ ਕੰਬਲ ਰੱਖ ਲੈਂਦਾ ਲਪੇਟ ਕੇ। ਸਾਰੇ ਹੁਣ ਕਹਿਣ ਕਿ ਵੀ ਸਿੱਟ ਇਹ ਵੀ ਨਾਲ ਹੀ ਆਪਾਂ ਇਹਦਾ ਵੀ ਸੰਸਕਾਰ ਕਰ ਦਈਏ। ਉਹ ਕਹਿੰਦਾ ਨਹੀਂ, ਮੈਂ ਸੰਭਾਲ ਕੇ ਰੱਖਣਾ, ਜ਼ਿੱਦ ਕਰਦਾ। ਉਹ ਕਹਿੰਦੇ ਸੰਭਾਲ ਕੇ ਕਿਉਂ ਰੱਖਣਾ? ਪਿਓ ਨੇ ਪੁੱਛਿਆ ਵੀ ਕਾਰਨ ਕੀ ਹੈ? ਕਹਿੰਦਾ ਬਾਪੂ ਜਦੋਂ ਤੂੰ ਬੁੜਾ ਹੋਏਗਾ ਤੈਨੂੰ ਵੀ ਇਹੀ ਕੰਬਲ ਦੇਣਾ, ਤੂੰ ਵੀ ਵਿਹੜੇ ਦੇ ਵਿੱਚ ਜਦੋਂ ਮੰਜਾ ਡਾ ਕੇ ਪਏਗਾ ਉਦੋਂ ਤੂੰ ਵੀ ਇਹੀ ਕੰਬਲ ਲਏਗਾ। ਇਹ ਕਿਉਂ ਅਸੀਂ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਤਾੜੀ ਤੇ ਦੋਨਾਂ ਹੱਥਾਂ ਨਾਲ ਵੱਜਦੀ ਕਿ ਮਾਪੇ ਜਿਵੇਂ ਤੁਸੀਂ ਕਿਹਾ ਰੋਲ ਮਾਡਲ ਨਹੀਂ ਬਣੇ, ਕਿਉਂ ਨਹੀਂ ਬਣ ਸਕੇ? 2 ਗੱਲਾਂ ਮੈਂ ਤੁਹਾਨੂੰ ਇਸ ਸੰਬੰਧ 'ਚ ਵੀ ਕਰਨੀ ਹੈ। ਇੱਕ ਤੇ ਪਿੱਛੇ ਜੇ ਨਾ ਥੋੜ੍ਹਾ ਚਿਰ ਪਹਿਲਾਂ ਵਡੋਦਰਾ 'ਚ ਗੁਜਰਾਤ 'ਚ ਇੱਕ ਸਰਵੇਖਣ ਹੋਇਆ। ਸਰਵੇਖਣ ਵੀ ਏਜੰਸੀ ਜਿਹੜੀ ਨੇ ਕੀਤਾ, ਉਹ ਏਜੰਸੀ 'ਚ ਇਸ ਤਰੀਕੇ ਨਾਲ ਕੀਤਾ ਵੀ ਕੁਝ ਬੱਚੇ ਤਾਂ ਦਾਦਾ ਦਾਦੀ ਵੱਲ ਸੌਂਪ ਦਿੱਤੇ ਗਏ ਜੀ, ਕੁਝ ਬੱਚੇ ਮਾਂ ਬਾਪ ਕੋਲ ਸੌਂਪ ਦਿੱਤੇ ਗਏ, ਤੇ 2 ਸਾਲ ਉਹ ਸੈਪਰੇਟ ਰਹੇ ਨੇ। ਦਾਦਾ ਦਾਦੀ ਨੇ ਵੀ ਪਰਵਰਿਸ਼ ਕੀਤੀ ਹੈ, ਉਹਨਾਂ ਨੇ ਤਾਂ ਦੇਖਣਾ ਸੀ, ਤੇ ਮਾਂ ਬਾਪ ਨੇ ਵੀ ਪਰਵਰਿਸ਼ ਕੀਤੀ ਹੈ, ਦੋਨਾਂ ਨੇ ਪਰਵਰਿਸ਼ ਕੀਤੀ ਹੈ। 2 ਸਾਲ ਤੋਂ ਬਾਅਦ ਜੋ ਕੁਝ ਸਰਵੇਖਣ 'ਚ ਸਾਹਮਣੇ ਆਇਆ, ਜਿਹੜੇ ਦਾਦਾ ਦਾਦੀ ਵਾਲੇ ਪਾਲੇ ਹੋਏ ਬੱਚੇ ਸੀਗੇ ਜੀ, ਉਹਨਾਂ 'ਚ ਸੰਸਕਾਰ ਵੀ ਸੀ, ਉਹਨਾਂ 'ਚ ਸਤਿਕਾਰ ਦੀ ਭਾਵਨਾ ਵੀ ਸੀ, ਉਹਨਾਂ 'ਚ ਸਪਿਰਿਟ ਵੀ ਸੀ, ਕੰਮ ਕਰਨ ਦੀ ਸਪਿਰਿਟ ਵੀ ਸੀ, ਕਿਰਤ ਦਾ ਸੰਕਲਪ ਵੀ ਸੀ ਜੀ। ਉਹਦੇ ਵਿੱਚ ਸੰਸਕਾਰ ਭਾਰੂ ਸਨ, ਇੱਕ ਚੰਗੇ ਮਨੁੱਖ ਵਾਲੇ ਹੋਣੇ ਚਾਹੀਦੇ ਨੇ ਜੀ। ਜਿਹੜੇ ਮਾਂ-ਬਾਪ ਕੋਲੇ ਛੱਡੇ ਗਏ, ਕਿਉਂਕਿ ਅਕਸਰ ਕੀ ਵਾਪਰਦਾ ਵੀ ਮਾਂ-ਬਾਪ ਦੋਨੋਂ ਹੀ ਸਰਵਿਸ ਦੇ ਹੁੰਦੇ ਨੇ, ਉਹ ਚਲੇ ਗਏ ਪਿੱਛੋਂ ਬੱਚਿਆਂ ਨੂੰ ਟੀਵੀ ਜੋਗੇ ਛੱਡਤਾ, ਤੇ ਉਹ ਜਿੱਥੋਂ ਸੰਸਕਾਰ ਸਾਨੂੰ ਮਿਲਣੇ ਚਾਹੀਦੇ ਨੇ ਉਹ ਸੰਸਕਾਰ ਅਲੋਪ ਹੋ ਗਏ ਜੀ। ਉਹ ਸੰਸਕਾਰ ਜਿਹੜੇ ਮਿਲਣੇ ਆ, ਹੁਣ ਤੁਸੀਂ ਕਿਹਾ ਵੀ ਕੀ ਮਾਂ-ਬਾਪ ਵੀ ਜ਼ਿੰਮੇਵਾਰ ਨੇ? ਜਦੋਂ ਮੈਂ ਇਹ ਗੱਲ ਇੱਥੇ ਗੱਲ ਕਰਦਾ, ਜਿਹੜੀ ਅੱਜ ਦੀ ਪੀੜ੍ਹੀ ਹੈ ਨਾ, ਜਦੋਂ ਅਸੀਂ ਮਾਂ-ਬਾਪ ਸਿੱਖਿਆ ਦਿੰਦੇ ਨੇ ਉਸ ਨੂੰ ਜੀ ਵੀ ਪੁੱਤ ਆਹ ਕਰਨਾ ਹੈ, ਪੁੱਤ ਪੜ੍ਹਾਈ ਕਰ, ਪੁੱਤ ਮਿਹਨਤ ਕਰ, ਪੁੱਤ ਬੁਰਾਈਆਂ ਤੋਂ ਦੂਰ ਰਹਿ, ਤੇ ਪੁੱਤ ਕਿਸੇ ਦੀ ਉਹ ਨਾ ਕਰ, ਜਦੋਂ ਇਹ ਗੱਲਾਂ ਕਰਦੇ ਨੇ, ਅੱਜ ਦੀ ਪੀੜ੍ਹੀ ਸੁਣਨ ਸੁਣਾਉਣ 'ਚ ਯਕੀਨ ਨਹੀਂ ਕਰਦੀ। ਅੱਜ ਦੀ ਪੀੜ੍ਹੀ ਨਕਲ ਕਰਨ 'ਚ ਯਕੀਨ ਕਰਦੀ ਹੈ। ਬਿਲਕੁਲ ਠੀਕ। ਜਿਹੋ ਜਿਹੇ ਮਾਂ-ਬਾਪ ਨੇ ਕੁਛ ਕਰ ਰਹੇ ਨੇ, ਜੋ ਕੁਛ ਉਸ ਦੀ ਕਾਪੀ ਕਰ ਰਹੇ ਨੇ ਬੱਚੇ। ਸੁਣਨ ਸੁਣਾਉਣ 'ਚ ਯਕੀਨ ਨਹੀਂ ਹੈ ਉਹਨਾਂ ਦਾ, ਉਪਦੇਸ਼ ਨਹੀਂ ਸੁਣਨਾ, ਉਹਨਾਂ ਨੇ ਪ੍ਰੈਕਟੀਕਲੀ ਸੁਣਨਾ ਜੀ। ਹੁਣ ਜੇ ਬਾਪ ਹੈ ਜਿਹੜਾ ਨਸ਼ੇ ਵੀ ਵਿੱਚ ਹੀ ਆ ਗਏ, ਪਦਾਰਥਕ ਦੌੜ ਵੀ ਆ ਗਈ, ਬੱਚਿਆਂ ਨੂੰ ਅਟੈਂਡ ਨਹੀਂ ਕਰ ਰਹੇ, ਬੱਚਿਆਂ ਨੂੰ ਮੋਰਲ ਵੈਲਿਊਜ਼ ਦਾ ਪਾਠ ਨਹੀਂ ਪੜ੍ਹਾ ਰਹੇ, ਤਾਂ ਉੱਥੇ ਫਿਰ ਕੀ ਹੋਏਗਾ? ਜੋ ਕੁਛ ਅੱਜ ਸਮਾਜ 'ਚ ਪਰੋਸਿਆ ਜਾ ਰਿਹਾ ਹੈ, ਜੋ ਕੁਛ ਸੋਸ਼ਲ ਮੀਡੀਆ 'ਤੇ ਪਰੋਸਿਆ ਜਾ ਰਿਹਾ ਹੈ, ਉਹ ਕੁਛ ਨਵੀਂ ਪੀੜ੍ਹੀ ਦੇ ਹਿੱਸੇ ਆ ਰਿਹਾ ਹੈ। ਤੇ ਉਹ ਨਵੀਂ ਪੀੜ੍ਹੀ ਦੇ ਛੋਟੀ ਜਿਹੀ, ਤੁਸੀਂ ਜਿਵੇਂ ਤਰੀਕੇ ਨਾਲ ਦ੍ਰਿਸ਼ਟਾਂਤ ਕਿਹਾ ਵੀ ਕੋਈ ਬੱਚਾ ਨਾ, ਉਹਦਾ ਫਾਦਰ ਹੈ ਜਿਹੜਾ ਦਫ਼ਤਰ ਜਾਂਦਾ ਹੈ, 6ਵੀਂ 7ਵੀਂ 'ਚ ਬੱਚਾ ਪੜ੍ਹਦਾ ਹੈ, ਤੇ ਦਫ਼ਤਰ ਜਾਂਦਾ ਹੈ, ਸ਼ਾਮ ਨੂੰ ਫੁੱਲੀ ਹੋਈ ਜੇਬ ਨਾਲ ਘਰ ਵਾਪਸ ਆ ਜਾਂਦਾ ਹੈ, ਤੇ ਆ ਕੇ ਫਿਰ ਮੋਬਾਈਲ, ਟੀਵੀ, ਚੈਟਿੰਗ, ਤੇ ਉਹ ਬੱਚੇ ਦਾ ਬੜਾ ਜੀਅ ਕਰਦਾ ਹੈ ਵੀ ਮੇਰਾ ਡੈਡੀ ਮੇਰੇ ਨਾਲ ਕੁਛ ਪਲ ਗੱਲਾਂ ਤਾਂ ਕਰੇ, ਮੇਰੇ ਤੋਂ ਸਕੂਲ ਦੀ ਪੜ੍ਹਾਈ ਬਾਰੇ ਪੁੱਛੇ, ਸਕੂਲ ਦਾ ਸਿਰਫ ਆਈ ਤਾਂ ਨਹੀਂ ਹੈਗਾ ਵੀ ਟਿਊਸ਼ਨ ਲਾਤੀ ਮਹਿੰਗੀ ਤੋਂ ਮਹਿੰਗੀ, ਇਹ ਤਾਂ ਨਹੀਂ ਹੈ, ਮੇਰੇ ਨਾਲ ਕਦੇ ਗੱਲਾਂ ਤਾਂ ਕਰੇ ਜੀ ਜੀ ਜੀ। ਤੇ ਉਹ ਡੈਡੀ ਨੂੰ ਇੱਕ ਦਿਨ ਆਪਣੇ ਕੋਲੇ ਪੁੱਛਦਾ ਹੈ, ਕਿਉਂਕਿ ਉਹ ਹੋਰ ਬੱਚੇ ਜਿਹੜੇ ਚੰਗੇ ਸੀ, ਮਾਪੇ ਚੰਗੇ ਬੱਚਿਆਂ ਦਾ ਸੰਗਤ ਸੀ, ਉਹਦਾ 'ਚ ਆਇਆ ਹੋਇਆ ਸੀ ਜੀ। ਉਹਨੂੰ ਪੁੱਛਦਾ ਵੀ ਡੈਡੀ ਤੁਸੀਂ ਮੈਨੂੰ ਇੱਕ ਗੱਲ ਦੱਸੋ
ਪਿਆਰ ਨਾਲ ਪੁੱਛਦੇ ਵੀ ਭਲਾ 1 ਘੰਟੇ ਦੇ ਤੁਹਾਨੂੰ ਕਿੰਨੇ ਕੁ ਪੈਸੇ ਜਿਹੜੇ ਦਫ਼ਤਰ 'ਚੋਂ ਤੁਹਾਡੀ ਤਨਖਾਹ ਦੇ ਤੌਰ 'ਤੇ ਉਹ ਅੰਦਾਜ਼ੇ ਦੇ ਨਾਲ ਕਹਿੰਦਾ ਪੁੱਤ 200 ਰੁਪਈਆ ਮੈਨੂੰ 1 ਘੰਟੇ ਦਾ ਮੇਰੀ ਪੇ ਦਾ ਕਹਿੰਦੇ ਠੀਕ ਹੈ। ਉਹਦੇ ਜਿਹਨ 'ਚ ਵੜ ਗਿਆ ਵੀ 1 ਘੰਟਾ 200 ਰੁਪਈਆ। ਅਤੇ ਉਸ ਤੋਂ ਬਾਅਦ ਉਹਨੇ 100 ਰੁਪਈਆ ਤਾਂ ਮਾਂ ਤੋਂ ਲਿਆ, ਬਾਕੀ ਆਪਣੀ ਗੋਲਕ ਤੋੜੀ, ਗੋਲਕ ਤੋੜ ਕੇ ਉਹ 'ਚੋਂ ਭਾਣ ਛਾਣ ਜੀ ਇਕੱਠੀ ਕਰਕੇ 200 ਰੁਪਈਆ ਬਣਾ ਲਿਆ। 200 ਰੁਪਈਆ ਬਣਾ ਕੇ ਅਤੇ ਜਦੋਂ ਬਾਪ ਆਇਆ ਸ਼ਾਮ ਨੂੰ ਬੈਠਾ ਟੇਬਲ 'ਤੇ TV ਜੀ ਦੇਖ ਲਿਆ, ਉਹਦੇ ਲਾਗੇ ਚਲਾ ਗਿਆ। ਉਹਦੇ ਕੋਲੇ ਭਾਣ ਜੀ ਖੰਡਿਆਤੀ, ਉਹ 100 ਰੁਪਈਆ ਖੰਡਿਆਤਾ, 200 ਰੁਪਈਆ ਕਹਿੰਦਾ ਡੈਡੀ ਆਹ ਲੈ ਲਓ, ਹੁਣ ਤੇਰਾ 1 ਘੰਟਾ ਮੇਰਾ, ਅਤੇ ਕੱਲ੍ਹ ਨੂੰ ਨਾ ਤੁਸੀਂ 1 ਘੰਟਾ ਇਹ ਮੇਰੇ ਕੋਲ 200 ਰੁਪਈਆ ਲਓ ਅਤੇ 1 ਘੰਟਾ ਤੁਸੀਂ ਮੈਨੂੰ ਦੇ ਦਿਓ। ਬਿਲਕੁਲ ਜੀ, ਇਹ ਹਾਲਾਤ ਸੱਚਮੁੱਚ ਇਹ ਇੱਕ ਕਹਾਣੀ ਨਹੀਂ, ਇੱਕ ਸਟੋਰੀ ਨਹੀਂ, ਇਹ ਲਗਭਗ 100% ਘਰਾਂ ਦੇ ਇਹ ਹਾਲਾਤ ਬਣ ਚੁੱਕੇ ਨੇ। ਬੱਚੇ ਮਾਪਿਆਂ ਦੇ ਪਿਆਰ ਤੋਂ ਸੱਖਣੇ ਹੋ ਗਏ ਨੇ, ਔਰ ਸੱਖਣੇ ਹੋਏ ਬੱਚੇ ਜਦੋਂ ਫਿਰ ਬਜ਼ੁਰਗ ਅਵਸਥਾ ਦੇ ਵਿੱਚ ਮਾਂ-ਬਾਪ ਜਾਂਦੇ ਨੇ, ਉਦੋਂ ਉਹਨਾਂ ਨੂੰ ਬਾਹੋਂ ਫੜ ਕੇ ਬਿਰਧ ਆਸ਼ਰਮ ਦੇ ਵਿੱਚ ਲੈ ਕੇ ਜਾਂਦੇ ਨੇ। ਬਜ਼ੁਰਗਾਂ ਦੀ ਸਥਿਤੀ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਹੋਰ ਵੀ ਕਰਦੇ ਰਹਾਂਗੇ। ਫਿਲਹਾਲ ਸਮਾਂ ਜੀ ਇੱਕ ਗੀਤ ਦਾ ਤੁਹਾਡੇ ਵਾਸਤੇ ਤੇ ਦਰਸ਼ਕਾਂ ਦੇ ਵਾਸਤੇ ਪੇਸ਼ ਕਰ ਰਹੇ ਗੀਤ। ਇਸ ਗੀਤ ਤੋਂ ਬਾਅਦ ਮੁੜ ਪਰਤਦੇ ਹਾਂ। ਜੇ ਕਿਧਰੇ ਰੱਬ ਸਬੱਬੀ ਸਾਡੇ ਪਿੰਡ ਗੇੜਾ ਵੱਜੇ, ਬਿਲਕੁਲ ਹੀ ਮੇਨ ਸੜਕ ਤੇ ਥੋੜਾ ਜਿਹਾ ਹੋ ਕੇ ਸੱਜੇ। ਜੇ ਕਿਧਰੇ ਰੱਬ ਸਬੱਬੀ ਸਾਡੇ ਪਿੰਡ ਗੇੜਾ ਵੱਜੇ, ਬਿਲਕੁਲ ਹੀ ਮੇਨ ਸੜਕ ਤੇ ਥੋੜਾ ਜਿਹਾ ਹੋ ਕੇ ਸੱਜੇ। ਪਹਿਲਾਂ ਹੀ ਮੋੜ ਮੁੜਦਿਆਂ ਦੂਰੋਂ ਦਿਸ ਪੈਂਦੀ ਉਹ ਬਾਬੇ ਬਿਸ਼ਨੇ ਦੀ ਬੈਠਕ, ਬਾਬੇ ਬਿਸ਼ਨੇ ਦੀ ਬੈਠਕ। ਅੱਜ ਕੱਲ੍ਹ ਚਰਚਾ ਵਿੱਚ ਰਹਿੰਦੀ ਉਹ ਬਾਬੇ ਬਿਸ਼ਨੇ ਦੀ ਬੈਠਕ, ਬਾਬੇ ਬਿਸ਼ਨੇ ਦੀ ਬੈਠਕ, ਬਾਬੇ ਬਿਸ਼ਨੇ ਦੀ ਬੈਠਕ, ਬਾਬੇ ਬਿਸ਼ਨੇ ਦੀ ਬੈਠਕ। ਬਾਬੇ ਨੇ ਬੈਠਕ ਪਾਲੀ ਬਿਲਕੁਲ ਆ ਬਾਹਰ ਗਲੀ ਤੇ, ਬਿਲਕੁਲ ਆ ਬਾਹਰ ਗਲੀ ਤੇ। ਹਰ ਵੇਲੇ ਰੌਣਕ ਮੇਲਾ ਆ ਗਈ ਬਾਹਰ ਗਲੀ ਤੇ, ਆ ਗਈ ਬਾਹਰ ਗਲੀ ਤੇ। ਇੱਥੇ ਸਭ ਛੋਟੇ ਵੱਡੇ ਇਕੱਠੇ ਹੋ ਪੈਂਦੇ ਸਾਰੇ, ਬਾਬੇ ਦੀ ਬੈਠਕ ਨੂੰ ਹੁਣ ਚੰਡੀਗੜ੍ਹ ਕਹਿੰਦੇ ਸਾਰੇ। ਗਰਮੀ ਦੀ ਰੁੱਤ ਦੁਪਹਿਰੇ ਮਹਿਫਲ ਜੁੜ ਪੈਂਦੀ ਉਹ ਬਾਬੇ ਬਿਸ਼ਨੇ ਦੀ ਬੈਠਕ, ਬਾਬੇ ਬਿਸ਼ਨੇ ਦੀ ਬੈਠਕ। ਅੱਜ ਕੱਲ੍ਹ ਚਰਚਾ ਵਿੱਚ ਰਹਿੰਦੀ ਉਹ ਬਾਬੇ ਬਿਸ਼ਨੇ ਦੀ ਬੈਠਕ, ਬਾਬੇ ਬਿਸ਼ਨੇ ਦੀ ਬੈਠਕ, ਬਾਬੇ ਬਿਸ਼ਨੇ ਦੀ ਬੈਠਕ, ਬਾਬੇ ਬਿਸ਼ਨੇ ਦੀ ਬੈਠਕ। ਟੀਵੀ ਤੋਂ ਖਬਰਾਂ ਸੁਣ ਕੇ ਕਾਫੀ ਕੁਝ ਕਹਿੰਦਾ ਬਾਬਾ, ਕਾਫੀ ਕੁਝ ਕਹਿੰਦਾ ਬਾਬਾ। ਗਾਲਾਂ ਵੀ ਕੱਢਦਾ ਅੰਦਰੋਂ, ਡਰਦਾ ਵੀ ਰਹਿੰਦਾ ਬਾਬਾ, ਡਰਦਾ ਵੀ ਰਹਿੰਦਾ ਬਾਬਾ। ਅਰਬਾਂ ਤੇ ਖਰਬਾਂ ਦੇ ਵਿੱਚ ਹੁੰਦੇ ਨਿਤ ਨਵੇਂ ਘੁਟਾਲੇ, ਦੇਸ਼ ਦੇ ਫੱਟੇ ਚੁੱਕੀ ਜਾਂਦੇ ਨੇ ਕਰਮਾਂ ਵਾਲੇ। ਕੋਈ ਵੀ ਗੱਲ ਇਹਨਾਂ ਦੇ ਕੰਨੀ ਨਹੀਂ ਪੈਂਦੀ ਉਹ ਬਾਬੇ ਬਿਸ਼ਨੇ ਦੀ ਬੈਠਕ, ਬਾਬੇ ਬਿਸ਼ਨੇ ਦੀ ਬੈਠਕ। ਅੱਜ ਕੱਲ੍ਹ ਬਾਬੇ ਬਿਸ਼ਨੇ ਦੀ ਬੈਠਕ ਅੱਜ ਸੁੰਨੀ ਹੋਈ ਪਈ ਹੈ। ਸਾਰਿਆਂ ਘਰਾਂ ਦੇ ਵਿੱਚ ਬਾਬੇ ਬਿਸ਼ਨੇ ਮਹਿਫਲਾਂ ਨੂੰ ਤਰਸੇ ਬੈਠੇ ਨੇ। ਆਪਣੇ ਬੱਚਿਆਂ ਦੇ ਨਾਲ ਮਹਿਫਲਾਂ ਲਗਾਉਣ ਦੇ ਲਈ ਉਹਨਾਂ ਦਾ ਵੀ ਦਿਲ ਕਰਦਾ ਹੈ, ਪਰ ਕੀ ਕਰੀਏ, ਬੱਚਿਆਂ ਦੇ ਕੋਲ ਵੀ ਟਾਈਮ ਨਹੀਂ, ਔਰ ਬਾਬੇ ਬਿਸ਼ਨੇ ਵਿਚਾਰੇ ਉੱਦਾਂ ਹੀ ਝੂਰਦੀਆਂ ਹੋਈਆਂ ਅੱਖਾਂ ਦੇ ਨਾਲ ਉਹਨਾਂ ਨੂੰ ਉਡੀਕ ਰਹੇ ਨੇ। ਜੇਕਰ ਅਸੀਂ ਗੱਲ ਕਰੀਏ ਬਜ਼ੁਰਗਾਂ ਦੀ, ਜਿੰਨੇ ਮਰਜ਼ੀ ਮਾਪੇ ਗਰੀਬ ਹੋਣ, ਔਰ ਗਰੀਬੀ ਦੇ ਆਲਮ ਦੇ ਵਿੱਚ ਵੀ ਬੱਚਾ ਚਾਹੇ ਕੋਈ ਜਿਸਮਾਨੀ ਤੌਰ ਤੇ ਜਾਂ ਮਾਨਸਿਕ ਤੌਰ ਤੇ ਬਿਮਾਰ ਵੀ ਹੋਵੇ ਤੇ ਉਹਨੂੰ ਪਾਲ ਲੈਂਦੇ ਆ ਔਖੇ ਸੌਖੇ ਹੋ ਕੇ। ਪਰ ਜਦੋਂ ਕਿਤੇ ਮਾਂ-ਬਾਪ ਬਜ਼ੁਰਗ ਅਵਸਥਾ ਦੇ ਵਿੱਚ ਜਾਣ ਤਾਂ ਉਸ ਵੇਲੇ ਮੋਹਨ ਸ਼ਰਮਾ ਜੀ ਬੱਚੇ ਜਿਹੜੇ ਆ ਨਾ, ਉਹ ਕੰਡ ਵਿਖਾ ਜਾਂਦੇ ਨੇ, ਪਿੱਠ ਵਿਖਾ ਜਾਂਦੇ ਨੇ, ਮਾਪਿਆਂ ਨੂੰ ਬਿਰਧ ਆਸ਼ਰਮਾਂ ਦੇ ਵਿੱਚ ਛੱਡ ਜਾਂਦੇ ਨੇ। ਇਹ ਕੀ ਮਾਨਸਿਕਤਾ ਹੈ? ਹਾਂ, ਇਹ ਦੇਖੋ ਫਿਰ ਤੁਹਾਡਾ ਬਹੁਤ ਗੰਭੀਰ ਪ੍ਰਸ਼ਨ ਹੈ ਇਹ। ਜਿਹੜੇ ਬੱਚੇ ਨੇ ਨਾ, ਜਿਵੇਂ ਤੁਸੀਂ ਅਪਾਹਜ ਵਾਲੀ ਵੀ ਗੱਲ ਕਰਦੇ, ਬੱਚੇ ਤਾਂ ਬੱਚੇ ਨੇ ਨਾ, ਬੱਚੇ ਰਹਿੰਦੇ, ਮਾਪੇ
ਬੱਚੇ ਜਿਹੜੇ ਉਹਨਾਂ ਦੇ ਨੇ ਹੂੰ ਉਹਨਾਂ 'ਚੋਂ ਉਹ ਵਰਤਮਾਨ ਵੀ ਦੇਖ ਰਹੇ ਨੇ, ਭਵਿੱਖ ਵੀ ਦੇਖ ਰਹੇ ਨੇ ਜੀ ਤੇ ਉਹਨਾਂ ਦੇ ਸੁਪਨੇ ਨੇ ਵੀ ਇਹਨਾਂ ਦੇ ਰਾਹੀਂ ਪੂਰੇ ਹੋਣੇ ਨੇ ਜੀ। ਸਾਡੇ। ਜਿੱਥੋਂ ਤੱਕ ਬਜ਼ੁਰਗ ਨੇ ਇਹ 'ਚੋਂ ਸਿਰਫ ਤੇ ਸਿਰਫ ਭੂਤਕਾਲ ਦੇਖਿਆ ਜਾ ਰਿਹਾ ਹੈ, ਅਤੀਤ ਦੇਖਿਆ ਜਾ ਰਿਹਾ ਉਹਨਾਂ ਦਾ ਜਿਵੇਂ ਮੈਂ ਕਹਿਣਾ ਵੀ ਉਹਨਾਂ ਦੀਆਂ ਅਸੀਸਾਂ ਨੇ ਜਿਹੜੀਆਂ ਉਹਨਾਂ ਦੇ ਵੱਲ ਕੋਈ ਗੌਰ ਨਹੀਂ ਜੀ। ਉਹ ਉਹਨਾਂ ਦੇ ਵੱਲ ਕੋਈ ਨਹੀਂ ਕਰਨੀ ਵੀ ਇਹ ਭਵਿੱਖ ਨੇ ਸਾਡਾ। ਇਹਨਾਂ ਦੇ ਜਿਹੜੇ ਉਪਦੇਸ਼ ਨੇ, ਇਹਨਾਂ ਦੇ ਜਿਹੜੇ ਬੋਲ ਸਾਨੂੰ ਸਿੱਖਿਆ ਦੇਣੀ ਹੈ, ਇਹਨਾਂ ਨੇ ਜੋ ਸਾਨੂੰ ਸੇਧ ਦੇਣੀ ਹੈ, ਉਹ ਅਣਗੌਲੇ ਹੋ ਰਹੇ ਨੇ ਤੇ ਉਹ ਜਾਂ ਤਾਂ ਸੁਣ ਜੇ ਹੋਏ ਇੱਕ ਪਾਸੇ ਬੈਠੇ ਨੇ ਜੀ। ਉਹ ਇਸ ਤਰੀਕੇ ਨਾਲ ਹੈ, ਯਾਨੀ ਉਹਨਾਂ ਦੀ ਬੇਬਸੀ ਹੈ, ਉਹਨਾਂ ਦੇ ਵੱਲ ਧਿਆਨ ਫੋਕਸ ਨਹੀਂ ਹੈ, ਕੇਂਦਰਿਤ ਨਹੀਂ ਹੈ। ਕੁਝ ਚਾਹੀਏ ਜਿਵੇਂ ਮੈਂ ਤੁਹਾਨੂੰ ਅੰਕੜੇ ਨਾਲ ਕਹਿਤਾ, ਪਰ ਬੱਚੇ ਨੇ ਜਿਹੜੇ ਉਹਨਾਂ ਤੇ ਫੋਕਸ ਇਸ ਕਰਕੇ ਹੋ ਰਿਹਾ ਹੈ ਵੀ ਇਹ ਉਹ ਬੱਚੇ ਮਾਪੇ ਸਮਝ ਰਹੇ ਨੇ ਵੀ ਇਹ ਸਾਡਾ ਵਰਤਮਾਨ ਵੀ ਹੈ, ਸਾਡਾ ਭਵਿੱਖ ਵੀ ਹੈ, ਚਾਹੇ ਅੰਗਹੀਨ ਨੇ, ਵੱਡੇ ਹੋਣਗੇ ਸਾਨੂੰ ਸਾਡੀ ਸੇਵਾ ਕਰਨਗੇ, ਪੁੱਤ ਤਾਂ ਪੁੱਤ ਨੇ ਨਾ। ਬਿਲਕੁਲ ਬਿਲਕੁਲ। ਕਾਰਨ ਇਹ ਹੈ ਕਿ ਹੁਣ ਜੇਕਰ ਅਸੀਂ ਗੱਲ ਦੇਖੀਏ, ਬਹੁਤ ਸਾਰੇ ਜਿਨ੍ਹਾਂ ਦੇ ਕੋਲ ਪੈਸੇ ਧੇਲੇ ਹੁੰਦੇ ਨੇ, ਜ਼ਮੀਨ ਜਾਇਦਾਦ ਹੁੰਦੀ ਹੈ, ਜਾਂ ਕਿਸੇ ਨੂੰ ਪਤਾ ਕਿ ਰਿਟਾਇਰ ਹੋਏ, ਇਹਦੇ ਕੋਲ ਪੈਨਸ਼ਨ ਆ ਜਾਣੀ ਹੈ, ਹੋਰ ਬਹੁਤ ਸਾਰਾ ਮਾਲ ਅਸਬਾਬ ਹੈਗਾ ਬਜ਼ੁਰਗ ਦੇ ਕੋਲ, ਉਹਨਾਂ ਦੀ ਤਾਂ ਟਹਿਲ ਸੇਵਾ ਹੋ ਜਾਂਦੀ ਹੈ। ਜਿਹੜਾ ਮੇਰੇ ਵਰਗਾ ਵਿਚਾਰਾ ਜਿਹਦੇ ਕੋਲ ਕੁਝ ਵੀ ਨਾ ਹੋਵੇ, ਉਹਦੀ ਕਈ ਵਾਰ ਫਿਰ ਕੀ ਕਹਿੰਦੇ ਪੁੱਛ ਪ੍ਰਤੀਤ ਵੀ ਨਹੀਂ, ਹੁਣ ਘਰ ਦੇ ਵਿੱਚ ਰਿਸ਼ਤੇਦਾਰ ਵੀ ਨਹੀਂ ਕੋਈ ਪੁੱਛਦਾ, ਬੱਚੇ ਵੀ ਨਹੀਂ ਪੁੱਛਦੇ। ਉਹ ਜਿਹੜੀ ਅਵਸਥਾ ਆ, ਤੁਹਾਨੂੰ ਲੱਗਦਾ ਕਿ ਇਹ ਹਰ ਥਾਂ ਇਹੀ ਕਹਾਣੀ ਫਿੱਟ ਆ ਕਿ ਜਿਹੜੇ ਅਮੀਰ ਹੈਗੇ ਉਹਨਾਂ ਦੀ ਤਾਂ ਸੇਵਾ ਹੋ ਜਾਂਦੀ ਹੈ, ਜਿਹਨਾਂ ਦੇ ਪੱਲੇ ਕੁਛ ਹੈਗਾ, ਜਿਹਦੇ ਪੱਲੇ ਕੁਛ ਹੈ ਨਹੀਂ, ਉਹਨਾਂ ਨੂੰ ਫਿਰ ਬਾਹੋਂ ਫੜ ਕੇ ਬਿਰਧ ਆਸ਼ਰਮਾਂ ਦੇ ਵਿੱਚ ਛੱਡੇ ਆਉਂਦੇ ਆ ਕਿ ਭਾਈ ਸਾਡੇ ਕੋਲ ਵੀ ਖਾਣ ਦਾ ਹੈ ਨਹੀਂ, ਹੁਣ ਤੁਹਾਨੂੰ ਕਿੱਥੋਂ ਦਈਏ? ਦੇਖੋ ਇੱਥੇ ਮੈਂ ਥੋੜ੍ਹਾ ਜਿਹਾ ਤੁਹਾਡਾ ਡਿਫਰ ਕਰਾਂਗਾ ਵੀ ਸਿਰਫ ਜਿਹੜੇ ਸਰਮਾਏਦਾਰ ਨੇ ਉਹਨਾਂ ਦੀ ਪੁੱਛ ਪ੍ਰਤੀਤ ਹੋ ਰਹੀ ਹੈ ਜਿਹਦੇ ਕੋਲ 4 ਪੈਸੇ ਹੈਗੇ ਨੇ, ਇਹ ਗੱਲ ਠੀਕ ਹੈ ਵੀ ਉਹਨਾਂ ਦਾ ਫੋਕਸ ਹੈਗਾ। ਪਰ ਸਾਡੇ ਸਾਹਮਣੇ ਤਾਂ ਹਾਈ ਕੋਰਟ ਦੇ ਜੱਜ ਸੀ ਮਿਸਟਰ ਦੀਵਾਨ, ਉਹਦਾ ਪੁੱਤ ਨੇ ਉਹਦੀ ਬੇਕਦਰੀ ਘਰ 'ਚ ਰਹਿੰਦਿਆਂ ਕੀਤੀ ਸੀ ਤੇ ਉਹਨੇ ਹਾਈ ਕੋਰਟ ਦੀ ਸ਼ਰਨ ਲਈ ਸੀ ਰਿਟਾਇਰ ਹੋ ਕੇ। ਅੱਛਾ। ਵੀ ਮੇਰੇ ਇਸ ਤਰੀਕੇ ਨਾਲ ਰਾਏਮਨ ਕੱਪੜੇ ਦਾ ਵਪਾਰੀ ਹੈ ਜਿਹੜਾ, ਜੀ, ਉਸ ਨੇ ਕੋਰਟ 'ਚ ਸ਼ਰਨ ਲਈ ਹੋਈ ਹੈ ਮੇਰੇ ਇਸ ਤਰੀਕੇ ਨਾਲ ਹੈ। ਪੈਸਾ ਜਿਹੜਾ ਨਾ ਜੋਗੀ ਜੀ, ਅਸੀਂ ਕਹਿੰਦੇ ਤਾਂ ਹੈਗੇ ਆ ਵੀ ਪੈਸਾ ਬਿਨਾਂ ਸਾਡਾ ਜੀਵਨ ਨਹੀਂ ਚੱਲੇਗਾ, ਪਰ ਪੈਸਾ ਸਾਨੂੰ ਸਹੂਲਤਾਂ ਦੇ ਸਕਦਾ ਹੈ, ਸੁੱਖ ਨਹੀਂ ਦੇ ਸਕਦਾ। ਮਾਨਸਿਕ ਸੁੱਖ ਹੈ ਜਿਹੜਾ, ਉਹ ਸਾਨੂੰ ਪੈਸਾ ਜਿਹੜਾ ਹੈ ਨਾ, ਸੁੱਖ ਪੈਸੇ ਨਾਲ ਨਹੀਂ ਮਿਲਦੇ, ਸੁੱਖ ਤਕਦੀਰਾਂ ਦੇ ਸੱਜਣ। 2 ਚੀਜ਼ਾਂ ਮੈਂ ਇਹ ਗੱਲ ਕਹਾਂਗਾ ਖਾਸ ਤੌਰ ਤੇ, ਮੈਂ ਇਹ ਤੁਹਾਨੂੰ ਇਹ ਕਹਿਣਾ ਕਰਨਾ ਚਾਹੁੰਦਾ ਵੀ ਜੋ ਸਰਵੇਖਣ ਚ ਅੰਕੜੇ, ਕਿਉਂਕਿ ਮੈਂ ਤਾਂ ਇਹਨਾਂ ਕੰਮਾਂ 'ਚ ਜੁੜੀ ਹੋਇਆ ਜਮਦ ਨਹੀਂ, ਵੀ ਸਾਡੇ ਸਾਹਮਣੇ ਇਸ ਤਰੀਕੇ ਨਾਲ ਆਇਆ ਹੈ ਵੀ ਜਿਹੜੀ ਬੇਰੁਖੀ ਹੈ ਨਾ, ਉਹ 'ਚ 51% ਤਾਂ ਨੂੰਹਾਂ, ਅੱਛਾ, ਤੇ 49% ਨੇ ਜਿਹੜੇ ਮੁੰਡੇ, ਇਹ ਕਸੂਰਵਾਰ ਨੇ। ਤੇ ਅਸਲੀ ਜਿਹੜੀ ਤੁਸੀਂ ਜਦੋਂ ਇਹ ਗੱਲ ਕਹਿੰਦੇ ਨਾ, ਮੈਂ ਇੱਕ ਗੱਲ ਕਹਾਂਗਾ ਤੁਹਾਨੂੰ ਵੀ ਜਦੋਂ ਤੁਸੀਂ ਕਸੂਰਵਾਰ ਬਜ਼ੁਰਗਾਂ ਦਾ ਵੀ ਕਰ ਲਿਆ ਸੀ ਆਪਾਂ ਨੇ, ਇਹ ਵੀ ਗੱਲ ਕੀਤਾ ਸੀ, ਜਿਹੜੇ ਮੇਰੇ ਸਾਹਮਣੇ ਆਉਂਦੇ ਨੇ ਜਦੋਂ ਗੱਲ ਆਉਂਦੀਆਂ ਨੇ ਵੀ ਦੇਖੋ ਜਦੋਂ ਮੁੰਡਾ ਵਿਆਹੁਣਾ ਹੈ ਨਾ, ਜਿੱਥੋਂ ਬੇਸ ਜਿਹਾ ਬਣ ਜਾਂਦਾ ਹੈ ਇਹ ਸਾਰੇ ਗੱਲ ਦਾ, ਉੱਤੇ ਪੈਸਾ ਨਹੀਂ ਆਏਗਾ। ਜਦੋਂ ਮੁੰਡੇ ਨੂੰ ਵਿਆਹੁਣਾ ਹੈ ਤੇ ਕੁੜੀਆਂ ਵਾਲੇ ਰਿਸ਼ਤੇ ਵਾਸਤੇ ਆਉਂਦੇ ਨੇ, ਉੱਥੇ ਫਿਰ ਜਿਹੜੀ ਗੱਲਬਾਤ ਕਰਦੇ ਨੇ ਉਹ ਮੁੰਡੇ ਦੀ ਮਾਂ ਤੇ ਮੁੰਡੇ ਦਾ ਬਾਪ ਕਰਦੇ ਨੇ, ਚਾਹੇ ਉਹ 'ਚ ਅਪਰੋਚ ਮੁੰਡੇ ਦੀ ਹੁੰਦੀ ਹੈ ਪਰ ਮੁੰਡਾ ਨਹੀਂ ਅੱਗੇ ਆਉਂਦਾ। ਉਹਦੇ ਵਿੱਚ ਜਿਹੜੇ ਮੂੰਹ ਟੱਡਿਆ ਜਾਂਦਾ ਹੈ ਵੀ ਇੱਕ ਕਾਰ ਆ 100 ਇੰਨਾ ਸੋਨਾ ਹੋਣਾ ਚਾਹੀਦਾ ਹੈ, ਇੰਨਾ ਫਰਨੀਚਰ ਹੋਣਾ ਚਾਹੀਦਾ ਹੈ, ਇੰਨਾ ਆਹ ਹੋਣਾ ਚਾਹੀਦਾ ਹੈ, ਇੰਨੀ ਪੈਲਸ ਹੋਣੀ ਚਾਹੀਦੀ ਹੈ, ਮਹਿਮਾਨਾਂ ਦੀ ਸੇਵਾ ਹੋਣੀ ਚਾਹੀਦੀ ਹੈ, ਉਹ ਸਾਰਾ ਕੁਝ ਦੀ ਗਿਣਤੀ ਜੀ ਗਿਣਾ ਦਿੰਦੇ ਨੇ। ਜੇ ਉਹਦਾ ਵੈਸੇ ਆਪਾਂ ਗੱਲ ਕਰਦੇ ਆ ਨਾ, ਤਾਂ ਉਹਦੇ ਵਿੱਚ ਜੋ ਕੁਝ ਬਜ਼ੁਰਗ ਮੰਗਦੇ ਨੇ ਉਹ ਸਾਰਾ ਪੈਸਾ ਜਿਹੜਾ ਧੀ ਵਾਲੇ ਤੋਂ ਲਵਾ ਰਹੇ ਨੇ, ਕੁੜੀ ਵਾਲੇ ਤੋਂ, ਉਹਦੇ ਹਿੱਸੇ ਸਿਰਫ 6-7% ਆਉਂਦੇ ਆ। ਇੱਕ ਸੋਨੇ ਦੀ ਮੁੰਦਰੀ ਹੈ ਜਾਂ ਕੰਬਲ ਹੈ, ਤੇ ਬਾਕੀ ਦਾ 48 ਤੋਂ 50% ਜਿਹੜਾ ਪੈਸਾ ਹੈ ਜਿਹੜਾ ਉਹ ਮੁੰਡੇ ਤੇ ਨੂੰਹ ਦੇ ਹਿੱਸੇ ਆਉਂਦਾ ਹੈ। ਤੇ ਬਾਕੀ ਦਾ ਜਿਹੜਾ ਜਾਂ ਤਾਂ ਮਹਿੰਗੇ ਤੋਂ ਮਹਿੰਗੇ ਪੈਲਸ ਨੇ ਜਿਹੜੇ, ਜਾਂ ਫਿਰ ਬਰਾਤੀ ਛਕ ਜਾਂਦੇ ਨੇ, ਉਹ ਲੋਕੀ ਪਕੌੜੇ ਖਾ ਕੇ ਚੱਲ ਜਾਂਦੇ ਨੇ। ਹੁਣ ਉਹ ਜਿਹੜੀ ਅਗਲੀ ਗੱਲ ਮੈਂ ਕਹਾਂਗਾ ਨਾ, ਜਿਹੜੇ ਹੁਣ ਮਾਪੇ ਗਰੀਬ ਨੇ ਜਾਂ ਜਿਨ੍ਹਾਂ ਦੀ ਸਮਰੱਥਾ ਨਹੀਂ, ਜੇ ਸਮਰੱਥਾ ਵੀ ਹੈ ਤਾਂ ਵੀ ਉਹ ਜਦੋਂ ਘਰ ਜਾ ਕੇ ਗੱਲ ਕਰਦੇ ਨੇ, ਕੁੜੀ ਸੁਣ ਰਹੀ ਹੁੰਦੀ ਹੈ, ਉਹ ਕੇਸ ਦਾ ਉੱਤੇ ਕੇਸ ਲਿਆ ਹੁੰਦਾ ਹੈ ਤੇ ਮਾਂ-ਬਾਪ ਦੇ ਹੋ ਕੇ ਉਹਦੇ ਹਿੱਸੇ ਆ ਰਹੇ ਹੁੰਦੇ ਨੇ, ਤੇ ਉਹ ਜਦੋਂ ਇਹ ਗੱਲ ਕਰਦੀ ਹੈ ਨਾ, ਕਰਦੇ ਆ ਵੀ ਦੇਖੋ ਉਹਨਾਂ ਨੇ ਇਸ ਤਰੀਕੇ ਨਾਲ ਇੰਨਾ ਪੈਸਾ ਮੰਗ ਲਿਆ, ਆਪਾਂ ਹੁਣ ਉੱਥੋਂ ਵੀ ਕਰਜ਼ਾ ਲਈਏ, ਉਸ ਜ਼ਮੀਨ ਦਾ ਕਿੱਲਾ ਵੀ ਆਪਾਂ ਵੇਚ ਦਈਏ, ਆਹ ਕਰ ਦਈਏ, ਹੁਣ ਮੂੰਹ ਤਾਂ ਉਹਨਾਂ ਨੇ ਟੱਟ ਲਿਆ, ਆਪਾਂ ਨੂੰ ਭਰਨਾ ਪੈਣਾ ਹੈ। ਉਹ ਕੁੜੀ ਸੁਣ ਰਹੀ ਹੁੰਦੀ ਹੈ, ਜਿਹਨੇ ਕਰਨੀ ਨੂੰਹ ਬਣਨਾ ਹੈ, ਤੇ ਉਹ ਸੁਣਦੀ ਹੈ ਜਦੋਂ ਉਸ ਵੇਲੇ ਵੀ ਮੇਰੀ ਮਾਂ-ਬਾਪ ਨੂੰ ਇਹਨਾਂ ਨੇ ਤੜਪਾਤਾ,
ਸੱਚਾਈ ਹੈ ਵੀ ਉਹ ਜਦੋਂ ਆਉਂਦੀ ਹੈ ਤਾਂ ਉਹ ਨੀਂਹ ਬਣ ਜਾਂਦੀ ਹੈ ਘਰ ਦੇ ਸੁੱਖ ਨੂੰ ਜਾਂ ਦੁੱਖ ਨੂੰ ਬਣਾਉਣ ਬਹੁਤ ਕਰਦੇ ਜੀ। ਜੇ ਤਾਂ ਸਿਆਣੇ ਜਿਹੜੇ ਮਾਪੇ ਨੇ ਉਹ ਤਾਂ ਜੇ ਪਹਿਰਾ ਦੇਣ ਨਾ ਇਹ ਗੱਲ ਦੇ ਉੱਤੇ, ਕਿਉਂਕਿ ਨੂੰਹ ਹੈ ਜਿਹੜੀ ਉਹ ਬਜ਼ੁਰਗਾਂ ਤੇ ਉਹਦੇ ਪਤੀ ਦੇ ਦਰਮਿਆਨ ਇੱਕ ਕੜੀ ਦਾ ਕੰਮ ਕਰਦੀ ਹੈ ਜੀ। ਜਿਹੜੇ ਤਾਂ ਸਿਆਣੇ ਨੇ ਬਜ਼ੁਰਗ ਉਹ ਤਾਂ ਜੇ ਚਾਹੇ ਸੱਸ ਤੇ ਸਹੁਰਾ ਦੋਨੇ ਹੀ ਨੇ, ਜੇ ਤਾਂ ਉਹ ਇਸ ਕਰਕੇ ਵੀ ਧੀ ਅਸੀਂ ਜਿਵੇਂ ਕਿਹਾ ਜਾਂਦਾ ਹੈ ਵੀ ਪੁੱਤ ਦੇ ਕੇ ਧੀ ਲੈਨੇ ਆ, ਬਿਲਕੁਲ, ਜੇ ਤਾਂ ਉਹ ਧੀ ਦੇ ਤੌਰ ਤੇ ਕਰਨਗੇ ਫਿਰ ਤਾਂ ਉਹ ਉਸ ਤਰੀਕੇ ਦੀ ਸਥਿਤੀ ਹੁੰਦੀ ਹੈ ਕਿ ਪਿੱਪਲਾਂ ਦੀ ਠੰਡੜੀ ਛਾਂ ਵਰਗੀ ਮੇਰੀ ਸੱਸ ਮੈਨੂੰ ਲੱਗੇ ਮੇਰੀ ਮਾਂ ਵਰਗੀ। ਨਹੀਂ ਦੂਜੇ ਲੋਟ ਹੁੰਦਾ ਹੈ ਵੀ ਉਹ ਕਹਿੰਦੀ ਹੈ ਵੀ ਆਪਣੇ ਪਤੀ ਨੂੰ ਵੀ ਤੇਰੀ ਬੇਬੇ ਲਿਬੜੀ ਤਿਬੜੀ ਵੇ ਮੈਨੂੰ ਗੱਲ ਨਾਲ ਲਾਉਂਦੀ ਹੈ, ਜਾਂ ਫਿਰ ਲੈ ਦੇ ਬਾਪੂ ਨਿੰਮ ਦਾ ਘੋਟਣਾ ਸੱਸ ਕੁੱਟਣੀ ਸੰਦੂਕਾਂ ਬੋਲੇ, ਸੱਸ ਕੁੱਟਣੀ ਸੰਦੂਕਾਂ ਬੋਲੇ। ਜਾਨੀ ਇੱਕ ਕੜੀ ਹੈ ਜਿਹੜੀ ਦਰਮਿਆਨੇ ਕਹਾਂਗਾ ਮੈਂ। ਜਿਹੜਾ ਆਰਥਿਕ ਪੱਖ ਹੈ ਇਹ ਗੱਲ ਬਿਲਕੁਲ ਠੀਕ ਹੈ, ਮੈਂ ਆਮ ਬਜ਼ੁਰਗਾਂ ਨੂੰ ਕਹਿਣਾ ਵੀ ਹੁੰਦਾ ਵੀ ਕੁਛ ਨਾ ਕੁਛ ਤੁਸੀਂ ਆਖਰੀ ਸਮੇਂ ਵਾਸਤੇ ਆਪਣੇ ਬੋਝੇ 'ਚ ਰੱਖੋ। ਸਾਰੀਆਂ ਜ਼ਮੀਨਾਂ ਨਾ ਆਪਣੇ ਨਾਂ 'ਤੇ ਲਵਾ, ਆਪਣੇ ਬਜ਼ੁਰਗਾਂ ਦੇ ਨਾਂ 'ਤੇ ਲਵਾ, ਆਪਣੇ ਔਲਾਦ ਦੇ ਨਾਂ 'ਤੇ ਲਵਾ ਲਿਓ। ਕੁਛ ਨਾ ਕੁਛ ਆਖਰੀ ਸਮੇਂ ਵਾਸਤੇ, ਮੁਸ਼ਕਲ ਦੇ ਸਮੇਂ ਵਾਸਤੇ ਆਪਣੇ ਕੋਲੇ ਜ਼ਰੂਰ ਕੁਛ ਨਾ ਕੁਛ ਰੱਖਣਾ ਚਾਹੀਦਾ ਹੈ। ਪਰ ਜਿਹੜੇ ਦੁਖਾਂਤ ਭੋਗ ਰਹੇ ਨੇ, ਜਿਵੇਂ ਮੈਂ ਤੁਹਾਨੂੰ ਉਦਾਹਰਨਾਂ ਦਿੱਤੀਆਂ, ਉਹ ਸਿਰਫ ਜਿਹੜੇ ਕੱਖੋਂ ਹੌਲੇ ਹੋਏ ਬਜ਼ੁਰਗ ਨੇ ਉਹ ਨਹੀਂ, ਦੂਜੇ ਵੀ ਭੋਗ ਰਹੇ ਨੇ। ਦੂਸਰੇ ਔਰ ਸਭ ਤੋਂ ਵੱਡੀ ਗੱਲ ਫਿਰ ਹੈਰਾਨੀ ਤੇ ਪਰੇਸ਼ਾਨੀ ਵਾਲੀ ਇਹੀ ਹੈ ਕਿ ਜਿਹੜਾ ਮਾਂ-ਬਾਪ ਨੇ ਬੱਚੇ ਨੂੰ ਪਾਲਿਆ ਹੁੰਦਾ ਹੈ, ਉਹ ਜੇਕਰ ਬਜ਼ੁਰਗ ਅਵਸਥਾ ਦੇ ਵਿੱਚ ਆ ਤੇ ਉਹਦੇ ਕੋਲ ਸਾਲ ਕਿੰਨੇ ਬੱਚੇ ਹੁੰਦੇ ਨੇ ਜ਼ਿੰਦਗੀ ਦੇ, ਕਿਹਨੇ ਟੁਰ ਜਾਣਾ ਇਹ ਪਹਿਲਾਂ ਕਿਸੇ ਦਾ ਕੋਈ ਪਤਾ ਨਹੀਂ। ਪਰ ਜੇਕਰ ਬਜ਼ੁਰਗ ਨੂੰ ਘਰ ਦੇ ਵਿੱਚ 10-15 ਸਾਲ 20 ਸਾਲ ਸਾਂਭਣਾ ਵੀ ਪੈ ਗਿਆ ਤਾਂ ਉਹਨਾਂ ਦੀਆਂ ਨਾਸਾਂ ਦੇ ਵਿੱਚ ਧੂੰਆਂ ਆ ਜਾਂਦਾ। ਅੱਜ ਜੇਕਰ ਦੇਖਿਆ ਜਾਵੇ ਪੂਰੇ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਵਿਦੇਸ਼ਾਂ ਦੇ ਵਿੱਚ ਚਲੇ ਗਏ ਨੇ। ਮਾਂ-ਬਾਪ ਜਿਹੜੇ ਘਰ ਦੇ ਵਿੱਚ ਨੇ ਇਕੱਲੇ ਰਹਿ ਗਏ ਨੇ। ਇਕੱਲੇ ਘਰ ਦੇ ਵਿੱਚ ਵੀ ਉਹਨਾਂ ਦਾ ਘਰ ਜਿਹੜਾ ਘਰ ਨਾ ਹੋ ਕੇ ਇੱਕ ਬਿਰਧ ਆਸ਼ਰਮ ਬਣ ਗਿਆ। ਉੱਥੇ ਵੀ ਉਹ ਜੂਨ ਕਟੀ ਕਰ ਰਹੇ ਨੇ ਤੇ ਉੱਥੇ ਉਹ ਜਿਹੜਾ ਰਹਿ ਰਹੇ ਨੇ ਬੱਚਿਆਂ ਤੋਂ ਦੂਰ, ਬੱਚੇ ਵੀ ਬਾਤ ਨਹੀਂ ਪੁੱਛਦੇ। ਇੱਕ ਮੁੰਬਈ ਦੇ ਵਿੱਚ ਵੀ ਕੇਸ ਹੋਇਆ ਸੀ ਕਿ ਇੱਕ ਬਜ਼ੁਰਗ ਔਰਤ ਦਾ ਪਿੰਜਰ ਹੀ ਮਿਲਿਆ ਸੀ, ਮੁੰਡਾ ਅਮਰੀਕਾ ਦੇ ਵਿੱਚ ਸੀਗਾ। ਇਹ ਜਿਹੜੇ ਹਾਲਾਤ ਨੇ ਇਹ ਵੀ ਬੱਚਿਆਂ ਨੂੰ ਮਾਪਿਆਂ ਤੋਂ ਦੂਰ ਕਰਦੇ ਨੇ। ਇਹ ਕਿਉਂ ਹਾਲਾਤ ਪੈਦਾ ਏਡੇ ਹੋ ਗਏ ਸਾਡੇ? ਦੇਖੋ ਕਿ ਅਸੀਂ ਤਾਲਮੇਲ ਹੀ ਨਹੀਂ ਬਣਾਇਆ ਮਾਂ-ਬਾਪ ਨਾਲ। ਕਿਸੇ ਸ਼ਹਿਰ ਦੇ ਬੋਲਦੇ ਜੀ ਵੀ ਕੱਲਾ ਤਾਂ ਕੋਈ ਬਿਰਸ਼ ਨਾ ਹੋਵੇ ਜੀ, ਮੈਂ ਤਾਂ ਆਦਮ ਜਾਇਆ। ਵਾਹ। ਪੁੱਤ ਚਲੇ ਗਏ ਵਿਦੇਸ਼ਾਂ 'ਚ, ਕੋਠੀਆਂ ਨੇ ਜਿਹੜੀਆਂ ਕੋਠੀਆਂ ਮਹਿਲਨੁਮਾ ਕੋਠੀਆਂ ਨੇ, ਉਹਨਾਂ ਦੇ ਵਿੱਚ ਇਕੱਲੇ ਬਜ਼ੁਰਗ ਰਹਿੰਦੇ ਨੇ, ਇਕਲਾਪਾ ਹੰਢਾ ਰਹੇ ਨੇ ਜੀ। ਇਕਲਾਪਾ ਸਭ ਤੋਂ ਬਜ਼ੁਰਗਾਂ ਵਾਸਤੇ ਸਭ ਤੋਂ ਵੱਡਾ ਦੁਖਾਂਤ ਹੈ ਜੀ, ਇਕਲਾਪਾ। ਆਮ ਮੈਂ ਛੋਟੀ ਜੀ ਤੁਹਾਨੂੰ ਮੈਡੀਕਲੀ ਗੱਲ ਦੱਸਦਾ ਵੀ ਆਮ ਕਿਹਾ ਜਾਂਦਾ ਹੈ ਵੀ ਜੇ ਇੱਕ ਸਿਗਰਟ ਕੋਈ ਪੀਂਦਾ ਹੈ ਤਾਂ 5.5 ਮਿੰਟ ਘੱਟ ਜਾਂਦੇ ਨੇ, ਤੇ ਉਹ ਤਾਂ 5.5 ਮਿੰਟ ਦੀ ਮੈਂ ਗੱਲ ਕਰਦਾ। ਇਹ ਇਕਲਾਪਾ ਜਿਹੜਾ ਬੰਦਾ ਹੰਢਾਉਂਦਾ ਹੈ ਉਹ 17 ਸਿਗਰਟਾਂ ਦੇ ਬਰਾਬਰ ਹੈ, ਦੇਖ ਲਓ। ਯਾਨੀ ਰੋਜ਼ ਦੀ ਰੋਜ਼ 85 ਮਿੰਟ ਘੱਟ ਰਹੇ ਨੇ ਉਹਦੀ ਉਮਰ ਦੇ। ਬਿਲਕੁਲ, ਕਿਉਂਕਿ ਉਹ ਕਿਹਦੇ ਕੋਲੇ ਗੱਲ ਕਰੇ, ਦਿਲ ਫੁੱਲੇ, ਆਪਣਾ ਦਿਲ ਕਿਹਦੇ ਕੋਲੇ ਫੁੱਲੇ, ਉਹਦੇ ਅੰਦਰ ਭਰਿਆ ਪਿਆ ਸਾਰਾ ਕੁਝ, ਤੇ ਉਹ ਕੰਧਾਂ ਨਾਲ ਗੱਲਾਂ ਕਰੇ। ਤੇ ਉਹ ਦਿਖਾਂਤ ਹੈ ਜੇ ਪੁੱਤ ਉੱਥੋਂ ਪਾਉਂਡ ਭੇਜਦੇ ਵੀ ਨੇ, ਮੈਂ ਕਰਨਾ ਮੈਂ ਸਮਝਦਾ ਪਾਉਂਡ ਭੇਜਦੇ ਨੇ ਜਾਂ ਬਜ਼ੁਰਗਾਂ ਕੋਲੇ ਉਹ ਕਰਦੇ ਨੇ, ਪਾਉਂਡਾਂ ਨੂੰ ਕੀ ਚੱਟੇ ਉਹ। ਬਿਲਕੁਲ, ਕੱਲ ਨੂੰ ਬੁਖਾਰ ਹੋ ਗਿਆ ਉਹਦੀ ਇਹਨਾਂ ਦੀ ਸੰਭਾਲ ਕਿਹਨੇ ਕਰਨੀ ਹੈ, ਤੇ ਉਹ ਦੁਖਾਂਤ ਹੈ ਜਿਹੜੇ ਬਜ਼ੁਰਗਾਂ ਦੇ ਹਿੱਸੇ ਆ ਰਹੇ ਹੈ ਜੀ। ਤੇ ਇੱਕ ਦੁਖਾਂਤ ਹੁਣ ਇਹ ਵੀ ਹੈ ਕਿ ਸਾਡੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੀ, ਸ਼ਹਿਰਾਂ ਦੇ ਵਿੱਚ ਵੀ ਹਰ ਥਾਂ ਤੇ ਬਿਰਧ ਆਸ਼ਰਮ ਖੁੱਲ੍ਹ ਗਏ ਨੇ ਬਹੁਤ ਵੱਡੀ ਤਾਦਾਦ ਵਿੱਚ। ਇਹ ਬਿਰਧ ਆਸ਼ਰਮ ਜਿਹੜੇ ਆ ਕਿਸੇ ਨੂੰ ਸਹਾਰਾ ਵੀ ਦਿੰਦੇ ਆ, ਪਰ ਅਸੀਂ ਕੀ ਸਮਝੀਏ ਇਹਨੂੰ ਕਿ ਤਰੱਕੀ ਆ ਕਿ ਜਾਂ ਫਿਰ ਅਸੀਂ ਅਖਲਾਕ ਤੋਂ ਗਿਰ ਗਏ ਹਾਂ। ਜਿਹੜੇ ਸ਼ਹਿਰ 'ਚੋਂ ਮੈਂ ਆਇਆ ਨਾ ਜੀ, ਸੰਗਰੂਰ ਤੋਂ ਆਇਆ, ਉਸ ਸ਼ਹਿਰ 'ਚ ਹੀ 3 ਬਿਰਧ ਆਸ਼ਰਮ ਨੇ, ਤੇ ਜੇ ਅਸੀਂ ਪੰਜਾਬ ਦਾ ਵੈਸੇ ਨਿਗਾਹ ਮਾਰਦੇ ਹਾਂ ਜੀ ਤਾਂ 150 ਤੋਂ ਉੱਪਰ ਨੇ ਜੀ ਬਿਰਧ ਆਸ਼ਰਮ ਨੇ ਜਿਹੜੇ ਖੁੱਲ੍ਹੇ ਹੋਏ ਨੇ ਜੀ। ਬਿਨਾਂ ਸ਼ੱਕ ਇਹ ਸਾਡੇ ਸਮਾਜ ਦੇ ਉੱਤੇ ਤੱਬਾ ਨੇ, ਕੋਈ ਇਹ ਪ੍ਰਗਤੀ ਦੀ ਨਿਸ਼ਾਨੀ ਨਹੀਂ, ਸੰਸਕਾਰਾਂ ਦਾ ਜਨਾਜ਼ਾ ਹੈ ਇਹ। ਪਰ ਨਾਲ ਸਾਨੂੰ ਇਹ ਵੀ ਗੰਭੀਰ ਹੋ ਕੇ ਸੋਚਣੀ ਚਾਹੀਦੀ ਹੈ ਵੀ ਪੁੱਤਾਂ ਨੇ ਉਹਨਾਂ ਨੂੰ ਕੱਢਤਾ, ਸੜਕਾਂ ਤੇ ਆ ਗਏ ਜੀ। ਸੜਕਾਂ ਤੋਂ ਬਾਅਦ ਉਹ ਕਿੱਥੇ ਜਾਣ? ਉਧਰਲਾ ਦਰਵਾਜ਼ਾ ਤਾਂ ਉਹਨਾਂ ਦਾ ਬੰਦ ਹੋ ਗਿਆ। ਤੇ ਜਿਹੜੇ ਮੈਂ ਅਕਸਰ ਇੱਕ ਗੱਲ ਆਮ ਓਪਨਲੀ ਕਹਿਣਾ ਵੀ ਜਿਹੜੇ ਸੜਕਾਂ ਤੇ ਰੋਲ ਰਹੇ ਨੇ ਬਾਹਰ ਕੱਢਤੇ ਜੀ, ਤੇ ਉਹ ਕਿੱਥੇ ਜਾਣ? ਜਾਂ ਤਾਂ ਉਹ ਖੂਹ ਖਾਤਾ ਗੰਦਾ ਕਰਨਗੇ ਜਾਂ ਫਿਰ ਆਸ਼ਰਮ, ਬਿਰਧ ਆਸ਼ਰਮ ਜਾਣਾ। ਬਿਰਧ ਆਸ਼ਰਮ ਘੱਟ ਤੋਂ ਘੱਟ ਹੈ ਜਿਹੜਾ ਵੀ ਉਹਨਾਂ ਨੂੰ ਓਟ ਤਾਂ ਦੇ ਰਹੇ ਨੇ, ਰੋਟੀ ਪਾਣੀ ਤਾਂ ਦੇ ਰਹੇ ਨੇ, ਰਹਿਣ ਵਾਸਤੇ ਛੱਤ ਤਾਂ ਹੈ ਉਹਨਾਂ ਕੋਲੇ। ਤੇ ਅਦਰਵਾਈਜ਼ ਜਿਹੜਾ ਬਿਰਧ ਆਸ਼ਰਮ ਖੁੱਲ੍ਹੇ ਨੇ ਨਾ,
ਧੱਬਾ ਮੈਂ ਇੱਕ ਪਾਸੇ ਕਹਿ ਰਿਹਾ, ਜੀ। ਪਰ ਦੂਜੇ ਪਾਸੇ ਇਹ ਬਿਰਧ ਆਸ਼ਰਮ ਕ੍ਰਾਈਮ ਗ੍ਰਾਫ ਨੂੰ ਵੀ ਘਟਾ ਰਹੇ ਨੇ। ਬਿਲਕੁਲ। ਅਦਰਵਾਈਜ਼ ਮੌਤ ਦਰ ਹੈ ਸਾਡੀ ਇਹ ਬਜ਼ੁਰਗਾਂ ਦੀ ਕਿਤੇ ਜ਼ਿਆਦਾ ਵੱਧ ਜੇ। ਜੀ। ਉਹ ਸੰਭਾਲਣ ਦਾ ਕੰਮ ਕਰ ਰਹੇ ਨੇ ਬਜ਼ੁਰਗਾਂ ਨੂੰ, ਜਿਹੜੀਆਂ ਸੇਵਾਵਾਂ ਜਿੰਨੀਆਂ ਕੁ ਦੇ ਸਕਦੇ ਨੇ ਆਪਣੀ ਸਮਰੱਥਾ ਅਨੁਸਾਰ ਦੇ ਰਹੇ ਨੇ। ਅੱਛਾ, ਇੱਕ ਗੱਲ ਹੋਰ, ਜਿਹੜੇ ਬਿਰਧ ਆਸ਼ਰਮਾਂ ਦੇ ਵਿੱਚ ਲੋਕ ਬੈਠੇ ਨੇ, ਬਜ਼ੁਰਗ ਨੇ, ਬੜੇ, ਜਿਵੇਂ ਆਪਾਂ ਗੱਲ ਪਹਿਲਾਂ ਵੀ ਕੀਤੀ ਕਿ ਚੰਗੇ ਜ਼ਰ ਜ਼ਮੀਨ ਵਾਲੇ ਵੀ ਲੋਕ ਆਉਂਦੇ ਨੇ। ਹੁਣ ਜੇਕਰ ਉਹਨਾਂ ਦੇ ਦਿਲ ਦੇ ਵਿੱਚ ਬੈਠੇ ਨੇ, ਉਹ ਕਿਤੇ ਇਕੱਲੇ ਬੈਠ ਕੇ ਸੋਚਦੇ ਨੇ ਕਿ ਯਾਰ ਸਾਰਾ ਕੁਝ ਹੁੰਦਿਆਂ ਸੁਣਦਿਆਂ ਆਸ਼ਰਮ ਦੇ ਵਿੱਚ ਜੂਨ ਕੱਟੀ ਜਾਂਦੇ ਆ, ਕਿਉਂ ਨਾ ਬੱਚਿਆਂ ਨੂੰ ਇੱਕ ਝਟਕਾ ਦਿੱਤਾ ਜਾਵੇ, ਉਹਨਾਂ ਦੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕਾਈ ਜਾਵੇ। ਜਿਹੜੇ ਸਾਡੀਆਂ ਕਮਾਈਆਂ ਹੋਈਆਂ ਜ਼ਮੀਨਾਂ ਤੇ ਐਸ਼ ਕਰਦੇ ਨੇ, ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇ। ਹੁੰਦਾ ਕਦੇ ਇਦਾਂ? ਹਾਂ, ਦੇਖੋ ਇਸ ਤਰੀਕੇ ਨਾਲ ਮੈਂ ਫਿਰ ਉਹੀ ਸ਼ੇਅਰ ਮੈਂ ਰਿਪੀਟ ਕਰ ਰਿਹਾ ਵੀ ਘਰ ਦੀ ਬੰਦ ਮੁੱਠੀ ਨੂੰ ਖੋਲ੍ਹਿਆ ਵੀ ਤਾਂ ਨਹੀਂ ਜਾਂਦਾ। ਸੀਨੀਅਰ ਸਿਟੀਜ਼ਨ ਐਕਟ 2007 ਹੈ, ਹੋਂਦ 'ਚ ਆਇਆ ਹੋਇਆ, ਪਰ ਉਹ ਕਦੇ ਮਤਲਬ ਮੇਰੀਆਂ ਨਿਗਾਹ 'ਚ ਨੇ ਵੀ 99% ਮਾਪੇ ਨੇ ਜਿਹੜੇ, ਚਾਹੇ ਉਹ ਬੈਠੇ ਨੇ ਬਿਰਧ ਆਸ਼ਰਮਾਂ 'ਚ, ਪਰ ਉਹ ਨਹੀਂ ਚਾਹੁੰਦੇ ਵੀ ਆਪਣੀ ਔਲਾਦ ਹੈ ਜਿਹੜੀ ਕਚਹਿਰੀਆਂ ਤੇ ਚੜਾਈ ਹੈ ਇਸ ਬੱਚੇ ਨੂੰ। ਸਿਰਫ 1% ਨੇ ਇਹੋ ਜਿਹੇ ਜਿਹੜੇ ਉਹ 2000 ਸੀਨੀਅਰ ਸਿਟੀਜ਼ਨ ਐਕਟ ਦਾ ਸਹਾਰਾ ਲੈਂਦੇ ਨੇ। ਇਵਨ ਤੁਹਾਡੇ ਇਸ ਸ਼ਹਿਰ 'ਚ ਹੀ, ਜਲੰਧਰ 'ਚ ਹੀ ਹੋਇਆ ਹੋਇਆ ਵੀ ਡਿਪਟੀ ਕਮਿਸ਼ਨਰ ਨੇ ਇਸੇ ਐਕਟ ਦੇ ਅਧੀਨ ਇੱਥੋਂ ਦੇ ਜਿਹੜੇ ਬੱਚੇ ਸੀਗੇ, ਜਿਹੜੇ ਬਜ਼ੁਰਗ ਕੱਢਤਾ ਸੀ, ਉਹਨਾਂ ਨੂੰ ਮਕਾਨ ਖਾਲੀ ਕਰਨ ਦੇ ਆਦੇਸ਼ ਦਿੱਤੇ ਨੇ। ਬਹੁਤ ਥਾਵਾਂ ਤੇ ਹੋਰ ਵੀ ਸਾਡੇ ਸਾਹਮਣੇ ਆਉਂਦਾ, ਪਰ ਇਹ ਜਿਹੜੀਆਂ ਐਪਲੀਕੇਸ਼ਨਾਂ ਨੇ ਇਹ ਬਹੁਤ ਘੱਟ ਆ ਰਹੀਆਂ ਨੇ। ਉਹੀ ਮਾਪਿਆਂ ਦੇ ਮੂੰਹੋਂ ਕਦੇ ਬਦਸੀਸ ਨਹੀਂ ਨਿਕਲਦੀ। ਇਹ ਦੁਖਾਂਤ ਹੈ ਸਾਡਾ। ਮੈਂ ਇੱਥੇ ਫਿਰ ਜੀ, ਅਸੀਂ ਇੱਥੇ ਕਿਉਂਕਿ ਸਮਾਂ ਸਾਡੇ ਕੋਲ ਬੜਾ ਘੱਟ ਆ ਜੀ, ਇਸ ਸਮਾਜ ਦੀ ਵੀ ਗੱਲ ਕਰ ਲਈਏ। ਸਾਡੇ ਆਲੇ ਦੁਆਲੇ, ਸਾਡੇ ਘਰ ਦੀਆਂ ਕੰਧਾਂ ਦੇ ਨਾਲ ਕੀ ਕੁਝ ਹੋ ਰਿਹਾ, ਅਸੀਂ ਅੱਖਾਂ ਮੀਟ ਕੇ ਬਹਿ ਜਾਂਦੇ ਹਾਂ ਕਿ ਫਲਾਣੇ ਦੇ ਘਰ ਅੱਗ ਲੱਗੀ ਆ, ਕੋਈ ਗੱਲ ਨਹੀਂ, ਪਰ ਉਹ ਦੂਸਰੇ ਦੇ ਘਰ ਜਿਹੜੀ ਅੱਗ ਬਸੰਤਰ ਲੱਗਦੀ ਆਪਣੇ ਘਰ ਵੀ ਆ ਸਕਦੀ। ਸਮਾਜ ਨੂੰ ਕੀ ਕਹੋਗੇ, ਕੀ ਸੁਨੇਹਾ ਦਓਗੇ? ਦੇਖੋ, ਜਿੱਥੋਂ ਤੱਕ ਤਾਂ ਸੁਨੇਹੇ ਦਾ ਸੰਬੰਧ ਹੈ, ਮੈਂ ਨਵੀਂ ਪੀੜ੍ਹੀ ਨੂੰ ਜਾਂ ਮਾਪਿਆਂ ਨੂੰ ਸੁਨੇਹਾ ਇਹ ਦੇਣਾ ਚਾਹੁੰਦਾ ਮੈਂ ਜੀ ਵੀ ਜਦੋਂ ਤੂੰ ਛੋਟਾ ਹੁੰਦਾ ਸੀ ਤਾਂ ਆਪਣੇ ਮਾਂ-ਬਾਪ ਦਾ ਬਿਸਤਰਾ ਗਿੱਲਾ ਕਰਦਾ ਸੀ। ਹੁਣ ਤੂੰ ਵੱਡਾ ਹੋ ਗਿਆ, ਕੋਈ ਅਜਿਹਾ ਕਰਮ ਨਾ ਕਰ ਜਿਸ ਦੇ ਨਾਲ ਮਾਂ-ਬਾਪ ਦੀਆਂ ਅੱਖਾਂ ਗਿੱਲੀਆਂ ਹੋ ਜਾਣ। ਦੂਸਰਾ ਮੈਂ ਇਹਨਾਂ ਨੂੰ ਮਾਪਿਆਂ ਨੂੰ ਝੰਜੋੜਾ ਵੀ ਦੇਣਾ ਚਾਹੁੰਦਾ ਵੀ ਤੁਸੀਂ ਉਹ ਤੇ 300 ਰੁਪਏ 200 ਰੁਪਏ ਦੀ ਐਨਕ ਦੇ ਫਰੇਮ ਵਾਸਤੇ ਥੋੜੇ ਤਰਲੇ ਕਰਦੇ ਨੇ, ਤੇ ਤੁਸੀਂ ਸ਼ਰਧਾਂਜਲੀਆਂ ਤੇ ਗਾਹਾਂ 2-2 ਲੱਖ 3-3 ਲੱਖ ਰੁਪਏ ਭੋਗਾਂ ਤੇ ਲਾਉਣੇ ਹੋ। ਉਹ ਦਿਖਾਵਾ ਕਿਉਂ ਕਰ ਰਹੇ ਹੋ ਜਦੋਂ ਉਹਨੂੰ ਤਾਂ ਮਰਦੇ ਜਿਉਂਦੇ ਜੀ ਤਾਂ ਉਹਨੂੰ ਤੜਪਾ ਰਹੇ ਹੋ। ਇਹੋ ਜਿਹੀ ਇੱਕ ਬਜ਼ੁਰਗ ਦੀ ਹੂਕ ਹੈ ਆਪਣੀ ਔਲਾਦ ਵਾਸਤੇ ਕਿ ਮਰਨ ਤੋਂ ਪਿੱਛੋਂ ਯਾਦ ਕਰੋਗੇ, ਮਰਨ ਤੋਂ ਪਿੱਛੋਂ ਯਾਦ ਕਰੋਗੇ ਮੈਨੂੰ ਕੀ, ਮੂਰਤ ਅੱਗੇ ਫੁੱਲ ਧਰੋਗੇ ਮੈਨੂੰ ਕੀ, ਸਾਰੀ ਉਮਰੇ ਸੁੱਕੇ ਟੁੱਕਰ ਖਾਦੇ ਮੈਂ, ਲਾਸ਼ ਦੇ ਮੂੰਹ ਵਿੱਚ ਘਿਓ ਧਰੋਗੇ ਮੈਨੂੰ ਕੀ। ਤੁਸੀਂ ਬਜ਼ੁਰਗਾਂ ਨੂੰ ਜਿਸ ਮੌਤ ਤੇ ਮਾਰੋਗੇ ਉਸੇ ਮੌਤ ਤੇ ਆਪ ਮਰੋਗੇ ਮੈਨੂੰ ਕੀ। ਬਿਲਕੁਲ ਜੀ, ਪਰ ਇਹ ਸਾਨੂੰ ਹੁਣ ਇਹ ਸੋਚਣਾ ਪਏਗਾ ਕਿ ਅਸੀਂ ਬਜ਼ੁਰਗਾਂ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਬਣਾ ਕੇ ਰੱਖਣਾ ਹੈ, ਕਿਉਂਕਿ ਜਿਨ੍ਹਾਂ ਜੰਮਿਆ ਪਾਲ ਵਿਆਹਿਆ ਰੋਜ਼ੀ ਰੋਟੀ ਦੇ ਵਿੱਚ ਪਾਇਆ, ਤਕੜੇ ਹੋ ਕੇ ਭੁੱਲ ਜਾਂਦੇ ਕਿ ਉਹ ਤਾਣ ਬਜ਼ੁਰਗਾਂ ਦਾ ਹਰ ਘਰ ਵਿੱਚ ਹੋਣਾ ਚਾਹੀਦਾ, ਸਨਮਾਨ ਬਜ਼ੁਰਗਾਂ ਦਾ। ਇਹੀ ਸੁਨੇਹਾ ਸੀ ਪ੍ਰੋਗਰਾਮ ਅੱਜ ਗੱਲਾਂ ਤੇ ਗੀਤ ਦਾ, ਜਿਹੜਾ ਕਿ ਮੋਹਨ ਸ਼ਰਮਾ ਜੀ ਨੇ ਸਾਡੇ ਇਸ ਪ੍ਰੋਗਰਾਮ ਰਾਹੀਂ ਦਿੱਤਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ, ਬਹੁਤ ਸ਼ੁਕਰੀਆ, ਮਿਹਰਬਾਨੀ। ਬਹੁਤ ਬਹੁਤ ਸਿੰਘ